ਬਾਇਨਰੀ ਸੈਕਟਰ ਦੇਖ ਰਹੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਹੈ। ਲਗਾਤਾਰ ਆਪਾਂ ਕੰਪਿਊਟਰ ਦੇ ਕੁਐਸਚਨ ਦੇਖ ਰਹੇ ਹਾਂ ਜਿਹੜੇ ਸਬ ਇੰਸਪੈਕਟਰ ਦੇ ਐਗਜ਼ਾਮ ਵਿੱਚ ਪੁੱਛੇ ਜਾ ਰਹੇ ਨੇ, ਐਨਾਲਿਸਿਸ ਕਰ ਰਹੇ ਹਾਂ। ਸੋ ਇਹ 9 ਜੁਲਾਈ ਦੀ ਤੀਜੀ ਸ਼ਿਫਟ ਹੋਈ ਸੀ, ਉਹਦੇ ਵਿੱਚ ਜਿਹੜੇ ਸਵਾਲ ਪੁੱਛੇ ਗਏ ਸੀ, ਬੱਚਿਆਂ ਨੇ ਆਪਾਂ ਨੂੰ ਕਾਫੀ ਕੁਐਸਚਨ ਭੇਜੇ ਸੀ, ਉਹਨਾਂ ਦੇ ਵਿੱਚੋਂ ਆਪਾਂ ਦੇਖਦੇ ਹਾਂ ਵੀ ਕਿਹੜੇ ਸਵਾਲ ਪੁੱਛੇ ਗਏ ਸੀ। ਵੈਸੇ ਤਾਂ ਆਪਾਂ ਕਾਫੀ ਰਿਵਿਊ ਵੀ ਕੀਤੇ ਨੇ, ਲਾਈਵ ਰਿਵਿਊ ਕੀਤੇ ਨੇ, ਉਹਦੇ ਵਿੱਚੋਂ ਇਹ ਗੱਲ ਕਲੀਅਰ ਹੈ ਵੀ ਪੈਟਰਨ ਹੈ ਜਿਹੜਾ ਆਲਮੋਸਟ ਸੇਮ ਹੀ ਆ ਰਿਹਾ ਹੈ ਨਾ। ਜਿਵੇਂ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ 3-4 ਸਵਾਲ ਨੇ ਜਿਹੜੇ ਸੋਸ਼ਲ ਮੀਡੀਆ 'ਤੇ ਪੁੱਛੇ ਜਾ ਰਹੇ ਨੇ, ਤੇ ਸਾਈਬਰ ਸਿਕਿਉਰਿਟੀ ਦੇ ਵਿੱਚੋਂ ਵੀ 2-3 ਸਵਾਲ ਪੁੱਛੇ ਜਾ ਰਹੇ ਨੇ। MS ਆਫਿਸ ਦੇ ਵਿੱਚੋਂ ਰੈਗੂਲਰ ਆਪਾਂ ਨੂੰ 6 ਤੋਂ 7 ਜਿਹੜੇ ਕੁਐਸਚਨ ਪੁੱਛੇ ਜਾ ਰਹੇ ਨੇ, ਠੀਕ ਹੈ। ਸੋ ਦੇਖਦੇ ਹਾਂ ਆਪਾਂ ਜਿਹੜੇ ਸਵਾਲ ਭੇਜੇ ਨੇ ਬੱਚਿਆਂ ਨੇ। ਪਹਿਲਾ ਸਵਾਲ ਹੈ ਜਿਵੇਂ ਸ਼ਾਰਟਕਟ ਕੀਜ਼ ਨਹੀਂ ਆਉਣਾ ਤੇ ਕੀ ਆਊਗਾ, ਸ਼ਾਰਟਕਟ ਕੀ ਟੂ ਐਡ ਨਿਊ ਸਲਾਈਡ। ਬੜਾ ਸੌਖਾ ਸਵਾਲ ਹੈ, ਇਹ ਪਹਿਲਾਂ ਵੀ ਪੁੱਛਿਆ ਜਾ ਚੁੱਕਿਆ ਤੇ ਰਿਪੀਟ ਹੋਇਆ ਸਵਾਲ ਇਹ ਹੈ ਨਾ। ਸ਼ਾਰਟਕਟ ਕੀਜ਼ ਨਿਊ ਸਲਾਈਡ ਦੇ ਲਈ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਵੀ ਕੰਟਰੋਲ M ਹੁੰਦੀ ਹੈ ਨਾ। ਸਲਾਈਡਸ ਐਂਡ ਵਿੰਡੋ ਦੀਆਂ ਸ਼ਾਰਟਕਟ ਕੀਜ਼, ਨਿਊ ਸਲਾਈਡ ਦੇ ਲਈ ਕੰਟਰੋਲ M। ਤੇ ਜੇ ਆਪਾਂ ਨਵੀਂ ਵਿੰਡੋ ਐਡ ਕਰਨੀ ਹੈ, ਚਾਹੇ ਅਸੀਂ ਨਾਰਮਲ MS ਵਿੰਡੋ ਦੇ ਵਿੱਚ ਕੋਈ ਵਿੰਡੋ ਐਡ ਕਰਨੀ ਹੈ, ਚਾਹੇ ਆਪਾਂ ਐਕਸਲ, ਵਰਡ, ਪਾਵਰ ਪੁਆਇੰਟ ਕਿਤੇ ਵੀ ਆਪਾਂ ਕੰਟਰੋਲ N ਕਰ ਦਾਂਗੇ ਤਾਂ ਨਵੀਂ ਇਹ ਕਹਿ ਲਓ ਵੀ ਵਿੰਡੋ ਐਡ ਕਰਦਾ, ਠੀਕ ਹੈ। ਸੋ ਇਹ ਸਾਰੀਆਂ ਸ਼ਾਰਟਕਟ ਕੀ, ਚਾਹੇ ਆਪਾਂ ਪਾਵਰ ਪੁਆਇੰਟ ਦੀ ਗੱਲ ਕਰੀਏ ਜਾਂ ਐਕਸਲ ਦੀ, ਇਹ ਆਪਾਂ ਕਰਵਾਈਆਂ ਹੋਈਆਂ ਨੇ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀਆਂ ਤਾਂ ਤੁਸੀਂ ਚੈਨਲ ਤੇ ਜਾ ਕੇ ਵੀਡੀਓਜ਼ ਦੇ ਵਿੱਚ ਜਾਂ ਪਲੇਲਿਸਟ ਦੇ ਵਿੱਚ ਜਾ ਕੇ ਇਹ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ। ਸੋ ਨੈਕਸਟ ਜਿਵੇਂ ਕਲੋਜ਼ ਵਿੰਡੋ, ਕਿਸੇ ਵਿੰਡੋ ਨੂੰ ਕਲੋਜ਼ ਕਰਨਾ ਆਪਾਂ ਹਨਾ ਪਾਵਰ ਪੁਆਇੰਟ ਦੇ ਵਿੱਚ, ਤਾਂ ਕੰਟਰੋਲ W ਜਿਹੜਾ ਸ਼ਾਰਟਕਟ ਹੈ ਯੂਜ਼ ਕੀਤਾ ਜਾਂਦਾ ਹੈ ਨਾ। ਫਿਰ ਨੈਕਸਟ ਸਵਾਲ ਸੀਗਾ, ਕੁਐਸਚਨ ਸੀਗਾ ਫੁੱਲ ਫਾਰਮ ਆਫ URL। ਬੜਾ ਸੌਖਾ ਸੀ, ਯੂਨੀਫਾਰਮ ਰਿਸੋਰਸ ਲੋਕੇਟਰ, ਠੀਕ ਹੈ। ਅਗਲਾ ਸੀਗਾ VoIP, ਇਹ ਰਿਪੀਟ ਹੋਈ ਹੈ, ਇਹ ਪਹਿਲਾਂ ਵੀ ਪੁੱਛੀ ਗਈ ਸੀ। VoIP ਦੀ ਐਬਰੀਵੇਸ਼ਨ ਕੀ ਹੈ, ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ। ਤੇ ਜੇਕਰ ਤੁਸੀਂ ਚਾਹੁੰਦੇ ਹੋ ਵੀ ਜਿੰਨੀਆਂ ਵੀ ਐਬਰੀਵੇਸ਼ਨਸ ਨੇ, ਇਹ ਸਾਰੀਆਂ ਐਬਰੀਵੇਸ਼ਨ ਸਾਨੂੰ ਪੜ੍ਹਨ ਨੂੰ ਕਿਤੋਂ ਮਿਲ ਜਾਣ, ਤਾਂ ਐਬਰੀਵੇਸ਼ਨ ਤੇ ਆਪਾਂ ਇੱਕ ਮੈਰਾਥਨ ਵੀਡੀਓ ਬਣਾਈ ਹੋਈ ਆ, ਉਹਦਾ ਆਪਾਂ ਤੁਹਾਨੂੰ ਲਿੰਕ ਵੀ ਦੇ ਦਾਂਗੇ ਐਂਡ ਤੇ ਜਾ ਕੇ, ਤੁਸੀਂ ਉੱਥੇ ਕਲਿੱਕ ਕਰਕੇ ਐਬਰੀਵੇਸ਼ਨ ਮੈਰਾਥਨ ਜ਼ਰੂਰ ਦੇਖ ਕੇ ਜਾਇਓ, ਕਿਉਂਕਿ ਬੜੀਆਂ ਸੌਖੀਆਂ ਨੇ, ਇਹਦੇ 'ਚ ਕੁਝ ਵੀ ਨਹੀਂ ਹੈ। ਦੇਖ ਲਓ 2 ਸਵਾਲ ਇੰਨੇ ਸੌਖੇ ਤੇ 8 ਨੰਬਰ ਆਪਣੇ ਪੱਕੇ ਹੋ ਗਏ ਹਨਾ। ਸੋ ਨੈਕਸਟ ਆਪਾਂ ਦੇਖਦੇ ਹਾਂ ARPANET ਸਟਾਰਟਡ ਇਨ ਵਿਚ ਈਅਰ। ਕਹਿੰਦਾ ARPANET ਕਿਹੜੇ ਸਾਲ ਦੇ ਵਿੱਚ ਸਟਾਰਟ ਹੋਇਆ। ਇਹ ਵੀ ਆਪਾਂ ਨੈਟਵਰਕਸ ਵਾਲੇ ਚੈਪਟਰ ਦੇ ਵਿੱਚ ਅਗਰ ਤੁਸੀਂ ਦੇਖਿਆ ਹੋਣ, ਲੈਵਲ 1 ਵਾਲੇ ਦੇ ਵਿੱਚ ਆਪਾਂ ਡਿਸਕਸ ਕੀਤਾ ਹੋਇਆ, ਚੰਗੀ ਤਰ੍ਹਾਂ ਆਪਾਂ ਡਿਟੇਲ ਦੇ ਵਿੱਚ ਕੀਤਾ ਹੋਇਆ। ARPANET ਦੀ ਐਬਰੀਵੇਸ਼ਨ ਪੁੱਛ ਸਕਦਾ ਹੈ, ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ ਨੈਟਵਰਕ। ਸੋ 1969 ਦੇ ਵਿੱਚ ਡਿਪਾਰਟਮੈਂਟ ਆਫ ਡਿਫੈਂਸ ਨੇ ਇਹ ਨੈਟਵਰਕ ਬਣਾਇਆ ਸੀ। ਜੇ ਆਪਾਂ ਨੂੰ ਸਵਾਲ ਪੁੱਛ ਲਏ ਵੀ ਪਹਿਲਾ ਨੈਟਵਰਕ ਕਿਹੜਾ ਸੀ, ਤਾਂ ਆਨਸਰ ਹੋਊਗਾ ARPANET। ARPANET ਦੀ ਐਬਰੀਵੇਸ਼ਨ ਪੁੱਛ ਲਏ, ਐਡਵਾਂਸਡ ਰਿਸਰਚ ਪ੍ਰੋਜੈਕਟਸ ਏਜੰਸੀ ਨੈਟਵਰਕ। ਤਾਂ ਇਹ ਡਿਪਾਰਟਮੈਂਟ ਆਫ ਡਿਫੈਂਸ, US ਮਿਲਟਰੀ ਦਾ ਡਿਪਾਰਟਮੈਂਟ ਸੀਗਾ, ਇਹ ਯਾਦ ਰੱਖਣਾ, ਯੂਨਾਈਟਿਡ ਸਟੇਟ ਡਿਪਾਰਟਮੈਂਟ ਆਫ ਡਿਫੈਂਸ ਦੁਆਰਾ 1969 ਦੇ ਵਿੱਚ, ਠੀਕ ਹੈ। ਤੇ ਇਹ ਜੇ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕਰੀਏ, ਜਿਹਨੂੰ ਇਹ ਟੈਸਟਿੰਗ ਮੋਡ ਦੇ ਜਦੋਂ ਪਹਿਲੀ ਵਾਰੀ ਇੰਪਲੀਮੈਂਟ ਹੋਇਆ, ਤਾਂ 2 ਨੋਡ ਦੇ ਵਿੱਚ ਇਹ ਨੈਟਵਰਕ ਇੰਪਲੀਮੈਂਟ ਹੋਇਆ ਸੀਗਾ। ਤਾਂ ਉਹਦੇ ਵਿੱਚ 2 ਯੂਨੀਵਰਸਿਟੀਆਂ ਦੇ ਵਿੱਚੋਂ ਟੈਸਟਿੰਗ ਹੋਈ ਸੀ ਇਹ, ਜਿਵੇਂ ਕਹਿ ਸਕਦੇ ਆਪਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਿਸ ਹੈ ਨਾ, ਐਂਡ ਸਟੈਨਫੋਰਡ ਰਿਸਰਚ ਇੰਸਟੀਚਿਊਟ, ਇਹ ਵੀ US ਦੇ ਵਿੱਚ ਹੈ। ਇਹ ਦੋਨਾਂ ਦੇ ਵਿੱਚ ਇੱਕ ਆਪਣੇ ਕੋਲ ਲਿੰਕ ਬਣਾ ਕੇ ਇਸ ਨੂੰ ਟੈਸਟ ਕੀਤਾ ਗਿਆ ਸੀ ਹੈ ਨਾ, ਪਹਿਲੀ ਵਾਰੀ ਇੰਪਲੀਮੈਂਟ ਹੋਇਆ ਸੀ। ਦਿਸ ਇਵੈਂਟ ਮਾਰਕ ਦੀ ਬਰਥ ਆਫ ARPANET। ਇਹਦੇ ਜਦੋਂ ਇਹ ਇਵੈਂਟ ਸਕਸੈਸਫੁਲੀ ਹੋ ਗਿਆ ਤਾਂ ਉਸ ਤੋਂ ਬਾਅਦ ਹੀ ਇਹ ਮੰਨਿਆ ਜਾਣ ਲੱਗਿਆ ਵੀ ARPANET ਆਪਣੇ ਕੋਲੇ ਸਟਾਰਟ ਹੋ ਗਿਆ, ਤੇ ਹੌਲੀ ਹੌਲੀ ਕਰਕੇ ਇਹ ਵੀ ਇੰਨਾ ਕੁ ਜ਼ਿਆਦਾ ਗਰੋ ਕਰ ਗਿਆ। ਤੇ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਹੈ 90, 91, 92, 95 ਦੇ ਵਿੱਚ ਇੰਟਰਨੈਟ ਦਾ ਵਰਥ ਹੁੰਦਾ, ਠੀਕ ਹੈ। ਸੋ ਕੁਝ ਹੋਰ ਪੁਆਇੰਟ ਦੇਖ ਲੈਂਦੇ ਆਪਾਂ। ARPANET was designed to facilitate communication and resource sharing between various research institution and university। ਬਹੁਤ ਸਾਰੀਆਂ ਯੂਨੀਵਰਸਿਟੀਜ਼ ਤੇ ਆਪਾਂ ਕਹਿ ਸਕਦੇ ਹਾਂ ਵੀ ਰਿਸਰਚ ਇੰਸਟੀਟਿਊਸ਼ਨ ਦੇ ਵਿੱਚ ਰਿਸੋਰਸ ਸ਼ੇਅਰਿੰਗ ਨੂੰ ਆਪਸ ਦੇ ਵਿੱਚ ਈਜ਼ੀ ਕਰਨ ਦੇ ਲਈ ਇਹ ਬਣਾਇਆ ਗਿਆ ਸੀ ਹੈ ਨਾ। ਜਿਹੜਾ ਇਹ ਨੈਟਵਰਕ ਸੀ, ਇਹ ਪਹਿਲਾਂ ਆਪਾਂ ਕਹਿ ਸਕਦੇ ਹਾਂ ਵੀ ਪੈਕੇਟ ਸਵਿਚ ਟੈਕਨੋਲੋਜੀ ਯੂਜ਼ ਕਰਦਾ ਸੀ। ਸਰਕਟ ਸਵਿਚਿੰਗ ਵਾਲੀ ਟੈਕਨੋਲੋਜੀ ਸੀ ਜਿਹੜੀ, ਉਹ ਟੈਲੀਫੋਨ ਨੈਟਵਰਕ ਵਾਲੀ ਆਲਰੇਡੀ ਐਗਜ਼ਿਸਟ ਕਰਦੀ ਸੀ 1969 ਤੋਂ ਪਹਿਲਾਂ ਵੀ ਹੈ ਨਾ। ਸੋ ਇਹ ਪੈਕੇਟ ਸਵਿਚ ਬੇਸਡ ਸੀਗਾ ਆਪਣਾ। ਤੇ ਜੇ ਆਪਾਂ ਗੱਲ ਕਰੀਏ ਵੀ ਇਨੀਸ਼ੀਅਲੀ ਸਾਈਟਸ ਆਫ ARPANET, ਤਾਂ ਪਹਿਲੀਆਂ 4 ਸਾਈਟਾਂ ਸੀ ਜਿੱਥੇ ARPANET ਇੰਪਲੀਮੈਂਟ ਹੋਇਆ ਸੀ। ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਿਸ, ਸਟੈਨਫੋਰਡ ਰਿਸਰਚ ਇੰਸਟੀਚਿਊਟ,
यूनिवर्सिटी ऑफ कैलिफोर्निया सेंटा बारबारा, ठीक है। फिर यूनिवर्सिटी ऑफ उता यूएसए ਦਾ ਵੀ ਹੈ ਨਾ। ਸੋ ਇਹ ਚਾਰ ਹੋ ਸਕਦਾ ਲੋਕੇਸ਼ਨਾਂ ਵੀ ਪੁੱਛ ਲੇ, ਕਿਉਂਕਿ ਹੁਣ ਉਹ ਬਹੁਤ ਜ਼ਿਆਦਾ ਡੀਪ ਦੇ ਵਿੱਚ ਸਵਾਲ ਪੁੱਛ ਰਿਹਾ। ਪਹਿਲਾਂ ਜੇ ਆਪਾਂ ਕਹਿ ਦਈਏ ਵੀ ਪੀਟਰ ਪਲੈਸਵੀ ਦੇ ਪੇਪਰ ਕਹਿ ਦਈਏ ਜਾਂ 2021 ਵਾਲੇ ਕਹਿ ਦਈਏ ਤਾਂ ਉਹਨੇ ਇਹਨਾਂ ਚੀਜ਼ਾਂ ਤੇ ਜ਼ੋਰ ਨਹੀਂ ਦਿੱਤਾ ਸੀ। ਤਾਂ ਹੁਣ ਉਹ ਇਹਨਾਂ ਚੀਜ਼ਾਂ ਤੇ, ਜਿਵੇਂ ਉਹ ਤੁਹਾਨੂੰ ਯਾਦ ਹੋਣਾ ਵੀ WhatsApp ਦਾ ਫਾਊਂਡਰ ਪੁੱਛਿਆ ਉਹਨੇ, ਕਹਿੰਦਾ ਉਹ ਪਹਿਲਾਂ ਕਿਹੜੀ ਕੰਪਨੀ 'ਚ ਕੰਮ ਕਰਦੇ ਸੀ, ਤਾਂ ਉਹ ਯਾਹੂ 'ਚ ਕੰਮ ਕਰਦੇ ਸੀ। ਤੁਸੀਂ ਸਾਰਿਆਂ ਨੇ ਆਪ ਦੇਖਿਆ ਹੀ, ਆਪਾਂ ਰਿਵਿਊ ਕੀਤਾ ਸੀ ਉਹਦਾ, ਹਨਾ। ਸੋ ਇਸ ਤਰੀਕੇ ਦੇ ਨਾਲ ਤਾਂ ਇਹ ਜ਼ਰੂਰੀ ਹੋ ਜਾਂਦੀਆਂ ਨੇ ਚੀਜ਼ਾਂ ਪੜ੍ਹਨੀਆਂ। ਤਾਂ ਬਾਹਲਾ ਚਲੋ ਕ੍ਰੈਮਿੰਗ ਕਰਨ ਦੀ ਤਾਂ ਲੋੜ ਨਹੀਂ, ਪਰ ਫਿਰ ਵੀ ਆਪਾਂ ਇੱਕ ਦੋ ਵਾਰੀ ਪੜ੍ਹਾਂਗੇ ਤਾਂ ਸਾਨੂੰ ਚੀਜ਼ਾਂ ਆਪਸ਼ਨਾਂ ਐਲੀਮੀਨੇਟ ਹੋ ਜਾਂਦੀਆਂ ਨੇ, ਹਨਾ। The four sites were interconnected through ARPANET, forming the foundation of early network. Over the time, ARPANET expanded to include more sites and institutions as network grew and evolved, है ना। ਸਮਾਂ ਪਾ ਕੇ ਕਹਿੰਦਾ ਇਹ ਪੂਰੀ ਦੁਨੀਆ ਦੇ ਵਿੱਚ ਫੈਲ ਗਿਆ ਤਾਂ ਇਹਨੂੰ ਇੰਟਰਨੈਟ ਕਿਹਾ ਗਿਆ। ਅਗਲਾ ਸਵਾਲ ਦੇਖੋ, ਇਹ ਵੀ ਰਿਪੀਟ ਹੋਇਆ ਸਵਾਲ ਹੈ। ਫਾਊਂਡਰ ਆਫ WhatsApp ਦਾ ਫਾਊਂਡਰ ਆਪਾਂ ਪਹਿਲਾਂ ਵੀ ਦੇਖ ਚੁੱਕੇ ਹਾਂ ਕਿ ਦੋ ਫਾਊਂਡਰ ਸੀ ਇਹਦੇ, ਜੈਨ ਕੌਮ ਤੇ ਬ੍ਰੇਨ ਐਕਟਨ। 2009 ਦੇ ਵਿੱਚ ਇਹਨਾਂ ਨੇ WhatsApp ਫਾਊਂਡ ਕੀਤਾ ਸੀ, ਹਨਾ। ਤੇ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਵੀ ਇਹ ਵੀ ਆਪਾਂ ਦੇਖ ਚੁੱਕੇ ਸੀਗੇ। ਬ੍ਰੇਨ ਐਕਟਨ ਸੀਗਾ ਤੇ ਜੈਨ ਕੌਮ ਦੇ ਨਾਲ ਮਿਲ ਕੇ ਪਹਿਲਾਂ ਇਹਨਾਂ ਨੇ ਯਾਹੂ ਦੇ ਵਿੱਚ ਕੰਮ ਕੀਤਾ ਸੀ, ਹਨਾ। ਤੇ ਇਹ ਫੇਸਬੁੱਕ ਨੇ ਐਕਵਾਇਰ ਕਰ ਲਿਆ ਸੀ 2014 ਦੇ ਵਿੱਚ, ਤੇ ਫੇਸਬੁੱਕ ਨੇ ਇੱਕ ਇੰਸਟਾਗ੍ਰਾਮ ਐਕਵਾਇਰ ਕੀਤਾ ਸੀ 2012 ਦੇ ਵਿੱਚ। ਤੇ ਫੇਸਬੁੱਕ ਦੀ ਪੇਰੈਂਟ ਕੰਪਨੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਟਾ, ਹਨਾ। ਤੇ ਉਵੇਂ ਹੀ ਗੂਗਲ ਦੀ ਵੀ ਤੁਹਾਨੂੰ ਯਾਦ ਹੋਣਾ, ਕਮੈਂਟ ਕਰਕੇ ਦੱਸੋ ਮੈਨੂੰ ਗੂਗਲ ਦੀ ਪੇਰੈਂਟ ਕੰਪਨੀ ਕਿਹੜੀ ਹੈ। ਪਿਛਲੀ ਵੀਡੀਓ ਦੇ ਵਿੱਚ ਆਪਣਾ ਥੋੜਾ ਜਿਹਾ ਮੈਂ ਮਿਸਟੇਕ ਹੋ ਗਈ ਸੀ, ਮੈਨੂੰ ਦੱਸਣਾ ਮੈਂ ਹੋਰ ਤਰੀਕੇ ਨਾਲ ਦੱਸ ਗਿਆ ਤਾਂ ਮੈਨੂੰ ਦੋਨੇ ਦੱਸਣੇ ਪੈ ਗਏ। ਤਾਂ ਇਸ ਵਾਰੀ ਬਿਲਕੁਲ ਸਹੀ ਹੈ ਕਿ ਫੇਸਬੁੱਕ ਦੀ ਜਿਹੜੀ ਪੇਰੈਂਟ ਕੰਪਨੀ ਉਹ ਮੈਟਾ ਹੈ। ਗੂਗਲ ਦੀ ਤੁਸੀਂ ਦੱਸਣਾ ਹੈ, ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ, ਠੀਕ ਹੈ। ਹਾਊਐਵਰ ਦਾ ਬੋਥ ਕੋ-ਫਾਊਂਡਰ ਲੈਫਟ WhatsApp, ਇਹ ਆਪਾਂ ਚੀਜ਼ਾਂ ਸਾਰੀਆਂ ਪੜ੍ਹ ਚੁੱਕੇ ਹਾਂ। ਇਸ ਤੋਂ ਪਹਿਲਾਂ ਵਾਲੇ ਐਨਾਲਿਸਿਸ ਦੇ ਵਿੱਚ ਇਹ ਚੀਜ਼ਾਂ ਪੜ੍ਹ ਚੁੱਕੇ ਹਾਂ। ਜੈਨ ਕੌਮ ਤੇ ਬ੍ਰੈਨ ਐਕਟਨ ਯਾਹੂ 'ਚ ਕੰਮ ਕਰ ਚੁੱਕੇ ਨੇ, ਹਨਾ। ਤੇ ਬਾਅਦ ਦੇ ਵਿੱਚ ਆਪਾਂ ਨੂੰ ਇਹ ਦੋਨੋਂ ਲੋਗੋ ਨੇ। ਜੇ ਆਪਾਂ ਸਿੰਪਲ WhatsApp ਦੀ ਗੱਲ ਕਰੀਏ ਤੇ WhatsApp ਬਿਜ਼ਨਸ ਦੀ ਗੱਲ ਕਰਦੇ ਹਾਂ, ਹਨਾ। ਬਾਅਦ ਦੇ ਵਿੱਚ ਆਪਾਂ ਨੂੰ ਪਤਾ ਵੀ ਬ੍ਰੇਨ ਐਕਟਨ ਸੀ ਜਿਹੜਾ, ਉਹ ਸਿਗਨਲ ਐਪ ਦੇ ਫਾਊਂਡਰ ਦੇ ਨਾਲ ਰਲ ਗਿਆ 2018 ਦੇ ਵਿੱਚ। ਤਾਂ ਇਹ ਵੀ ਪੁੱਛਿਆ ਜਾ ਸਕਦਾ ਆਪਾਂ ਨੂੰ, ਵੈਸੇ ਆਪਾਂ ਕਰ ਚੁੱਕੇ ਹਾਂ। ਮੌਕਸੀ ਮਾਰਲਿਨ ਸਪਾਈਕ ਸੀਗਾ ਜਿਹੜਾ ਫਾਊਂਡਰ ਸਿਗਨਲ ਦਾ। ਪਹਿਲਾਂ ਇਹ ਦੋ ਐਪ ਦੇ ਨਾਮ ਤੇ ਸੀਗੀਆਂ ਮਸ਼ਹੂਰ, ਰੈੱਡ ਫੋਨ ਤੇ ਟੈਕਸਟ ਸਿਕਿਉਰ। ਇਹ ਬਾਅਦ ਦੇ ਵਿੱਚ ਆਪਾਂ ਨੂੰ ਪੁੱਛਿਆ ਵੀ ਜਾ ਸਕਦਾ ਵੀ ਸਿਗਨਲ ਐਪ ਹੈ ਜਿਹੜੀ ਕਿਹਨਾਂ ਨੂੰ ਮਰਜ ਕਰਕੇ ਬਣੀ ਹੈ, ਰੈੱਡ ਫੋਨ ਤੇ ਟੈਕਸਟ ਸਿਕਿਉਰ। ਇਹ ਵੀ ਯਾਦ ਕਰਕੇ, ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ ਕਿਉਂਕਿ ਆਲਰੇਡੀ ਆਪਾਂ ਇਹ ਚੀਜ਼ਾਂ ਕਰ ਚੁੱਕੇ ਹਾਂ। ਤਾਂ ਆਈ ਹੋਪ ਕਿ ਤੁਸੀਂ ਉਹ ਵਾਲੀਆਂ ਵੀਡੀਓ ਦੇਖੀਆਂ ਹੋਣਗੀਆਂ, ਇਸ ਤੋਂ ਪਹਿਲਾਂ ਵਾਲੇ ਐਨਾਲਿਸਿਸ। ਜੇਕਰ ਤੁਸੀਂ ਨਹੀਂ ਦੇਖੇ ਤਾਂ ਆਪਾਂ ਸਾਰੇ ਐਨਾਲਿਸਿਸ ਪਾਏ ਹੋਏ ਨੇ, ਚਾਹੇ ਉਹ 29 ਦੀ ਗੱਲ ਹੋਵੇ, ਚਾਹੇ 1 ਜੁਲਾਈ ਦਾ, ਚਾਹੇ 2 ਜੁਲਾਈ ਦਾ, ਚਾਹੇ 3 ਜੁਲਾਈ ਦਾ। ਸਾਰੇ ਪੇਪਰਾਂ ਦਾ ਆਪਾਂ ਐਨਾਲਿਸਿਸ ਕੀਤਾ ਹੋਇਆ, ਤੁਸੀਂ ਉਹ ਜਾ ਕੇ ਵੀਡੀਓ ਜ਼ਰੂਰ ਦੇਖੋ, ਠੀਕ ਹੈ। ਤਾਂ ਇਹ ਸਿਗਨਲ ਆਪਾਂ ਨੂੰ ਪਤਾ 2011 ਦੇ ਵਿੱਚ ਟਵਿੱਟਰ ਨੇ ਹਾਇਰ ਕਰ ਲਿਆ ਸੀ। ਚਲੋ ਇਹ ਚੀਜ਼ਾਂ ਸਾਰੀਆਂ ਤੁਸੀਂ ਕੀਤੀਆਂ ਹੋਈਆਂ ਨੇ। ਬਸ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਹੈ ਜਿਹੜੀ ਮੇਨ ਸੀਗਾ ਵੀ ਕੋ-ਫਾਊਂਡਰ ਸੀਗਾ ਇਸ ਦਾ। ਆਪਾਂ ਗੱਲ ਕੀਤੀ ਸੀਗੀ ਜੈਨ ਸੌਰੀ ਇੱਥੇ ਜੇ ਲਿਖਿਆ ਹੋਣਾ ਕਿਤੇ, ਆਪਾਂ ਦੇਖ ਲੈਂਦੇ ਹਾਂ। ਮਾਰਕ ਸਪਲਾਈਨ 2018 ਵਾਲਾ ਇੱਥੇ ਹੋਣਾ, ਹਾਂ। ਬ੍ਰੇਨ ਐਕਟਨ, ਇਹ ਬ੍ਰੇਨ ਐਕਟਨ ਸੀਗਾ ਜਿਹੜਾ ਇਹ ਮਾਰਕਲਿਨ ਸਪਾਈਕ ਦੇ ਨਾਲ ਮਿਲ ਕੇ ਇਹਨਾਂ ਨੇ 2018 ਦੇ ਵਿੱਚ ਇੱਕ ਮਤਲਬ ਕਿ ਸਿਗਨਲ ਫਾਊਂਡੇਸ਼ਨ ਐਸਟੈਬਲਿਸ਼ ਕੀਤੀ ਸੀ, ਠੀਕ ਹੈ। ਤਾਂ ਇਹ ਯਾਦ ਰੱਖਣਾ, ਜਿਹੜਾ WhatsApp ਦਾ ਫਾਊਂਡਰ ਹੈ ਬ੍ਰੇਨ ਐਕਟਨ, ਉਹੀ ਸਿਗਨਲ ਦੇ ਵਿੱਚ ਵੀ ਬੰਦਾ ਪਾਰਟੀਸਪੇਟ ਕਰ ਗਿਆ ਸੀ, ਠੀਕ ਹੈ। ਸਿਗਨਲ ਦਾ ਲੋਗੋ ਹੈ। ਅਗਲਾ ਸਵਾਲ ਹੈ ਪੋਰਟ ਨੰਬਰ ਆਫ HTTP। ਇਹ ਵੀ ਆਪਾਂ ਬਹੁਤ ਡਿਟੇਲ ਦੇ ਵਿੱਚ ਬਹੁਤ ਵਾਰੀ ਕੀਤਾ ਹੋਇਆ, ਹਨਾ। ਇਹ ਚਲੋ ਵਧੀਆ ਸਵਾਲ ਉਹਨੇ ਪੁੱਛ ਲਿਆ। ਇਹ ਟਾਈਪਸ ਆਫ ਐਡਰੈਸ ਵੀ ਮੈਂ ਪਿਛਲੇ ਵੀਡੀਓ ਦੇ ਵਿੱਚ ਕਿਸੇ ਦੇ ਵਿੱਚ ਮੈਨੂੰ ਯਾਦ ਹੈ ਆਪਾਂ ਕੀਤੇ ਸੀ। ਫਿਰ 4 ਤਰ੍ਹਾਂ ਦੇ ਐਡਰੈਸ ਹੁੰਦੇ ਨੇ: ਫਿਜ਼ੀਕਲ ਐਡਰੈਸ, ਲੌਜੀਕਲ ਐਡਰੈਸ, ਪੋਰਟ ਐਡਰੈਸ ਤੇ ਵੈਬ ਸਪੈਸੀਫਿਕ ਐਡਰੈਸ, ਹਨਾ। ਫਿਜ਼ੀਕਲ ਐਡਰੈਸ ਨੂੰ ਹਾਰਡਵੇਅਰ ਐਡਰੈਸ, ਮੈਕ ਐਡਰੈਸ ਜਾਂ NIC ਕਾਰਡ ਐਡਰੈਸ ਕਿਹਾ ਜਾਂਦਾ ਹੈ, ਤੇ ਇਹ 48 ਬਿਟ ਦਾ ਜਾਂ 6 ਬਾਈਟ ਦਾ ਹੁੰਦਾ। ਉਵੇਂ ਲੌਜੀਕਲ ਐਡਰੈਸ ਨੂੰ IP ਐਡਰੈਸ ਕਿਹਾ ਜਾਂਦਾ। ਦੋ ਤਰ੍ਹਾਂ ਦਾ ਹੁੰਦਾ ਇਹ, IPv4 ਤੇ IPv6। 4 ਜਿਹੜਾ ਹੁੰਦਾ 32 ਬਿਟ ਦਾ ਜਾਂ 4 ਬਾਈਟ ਦਾ। 6 ਹੁੰਦਾ 128 ਬਿਟ ਦਾ ਜਾਂ 16 ਬਾਈਟ ਦਾ। ਕਿਉਂਕਿ ਇੱਕ ਬਾਈਟ ਦੇ ਵਿੱਚ 8 ਬਿਟਸ ਹੁੰਦੀਆਂ ਨੇ, ਤਾਂ 32 ਬਿਟਸ ਤੋਂ ਕਿੰਨੀਆਂ ਬਾਈਟ ਬਣ ਜਾਣਗੀਆਂ? 4। 8 ਦੇ ਫੇਰ ਬਣਾ ਦਾਂਗੇ ਤਾਂ 4 ਬਾਈਟਸ ਬਣ ਜਾਣਗੀਆਂ, ਹਨਾ। ਛੋਟਾ b ਹੁੰਦਾ ਬਿਟਸ ਦੇ ਲਈ, ਵੱਡਾ b ਹੁੰਦਾ ਬਾਈਟਸ ਦੇ ਲਈ। ਵੀ ਗੱਲ ਯਾਦ ਰੱਖਣੀ। ਪੋਰਟ ਐਡਰੈਸ ਹੁੰਦਾ ਜਿਹੜਾ 16 ਬਿਟਸ ਦਾ ਤੇ 2 ਬਾਈਟਸ ਦਾ, ਠੀਕ ਹੈ ਗੱਲ। ਇੱਥੇ ਥੋੜੀ ਜਿਹੀ ਗੱਲ ਦੱਸ ਦੇਣਾ ਵੀ ਜਿਹੜਾ ਫਿਜ਼ੀਕਲ ਐਡਰੈਸ ਹੁੰਦਾ ਹੈ,
ਇਹ ਮਸ਼ੀਨ ਦਾ ਐਡਰੈਸ ਹੁੰਦਾ, ਜਿਵੇਂ ਆਪਾਂ ਕਾਰਾਂ ਖਰੀਦਦੇ ਹਾਂ, ਟਰੈਕਟਰ ਖਰੀਦਦੇ ਹਾਂ, ਉਹਨਾਂ ਤੇ ਇੱਕ ਚਾਸੀ ਨੰਬਰ ਹੁੰਦਾ, ਬੋਡੀ ਨੰਬਰ ਹੁੰਦਾ, ਇੱਕ ਨੰਬਰ ਪਲੇਟ ਲੱਗੀ ਹੁੰਦੀ ਹੈ। ਚਾਸੀ ਨੰਬਰ ਹੁੰਦਾ ਜਿਹੜਾ ਉਹ ਕੰਪਨੀ ਦਾ ਆਪਦਾ ਹੁੰਦਾ। ਨੰਬਰ ਪਲੇਟ ਕਿਹੜੇ ਸਟੇਟ ਦੇ ਵਿੱਚ, ਕਿਹੜੀ ਕੰਟਰੀ ਦੇ ਵਿੱਚ, ਕਿਹੜੇ ਡਿਸਟ੍ਰਿਕਟ ਦੇ ਵਿੱਚ ਜਾਂਦੀ, ਉਹਦੇ ਹਿਸਾਬ ਨਾਲ ਲੱਗਦਾ। ਸੋ ਉਵੇਂ ਹੀ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਫਿਜ਼ੀਕਲ ਐਡਰੈਸ ਹੁੰਦਾ ਹੈ, ਇਹ ਮਸ਼ੀਨ ਦਾ ਐਡਰੈਸ ਹੁੰਦਾ, ਹਾਰਡਵੇਅਰ ਦਾ ਐਡਰੈਸ ਹੁੰਦਾ, ਤੇ ਇਹ ਲੋਕਲੀ ਯੂਨੀਕ ਹੁੰਦਾ। ਜਿਹਨੂੰ ਆਪਾਂ ਸ਼ਬਦ ਵਰਤੀਏ ਤਾਂ ਲੋਕਲੀ ਯੂਨੀਕ। ਤੇ ਲੌਜੀਕਲ ਐਡਰੈਸ ਹੁੰਦਾ ਜਿਹੜਾ ਗਲੋਬਲੀ ਯੂਨੀਕ ਹੁੰਦਾ, ਗਲੋਬਲੀ ਯੂਨੀਕ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਐਡਰੈਸ, ਇਹਨਾਂ ਚੋਂ ਸਵਾਲ ਪੁੱਛਿਆ ਜਾ ਸਕਦਾ ਹੈ। ਆਪਾਂ ਨੂੰ ਇਹ ਸਵਾਲ ਪੁੱਛੂਗਾ ਉਹ ਵੀ ਇੰਟਰਨੈਟ ਦੇ ਵਿੱਚ ਕਿਸੇ ਕੰਪਿਊਟਰ ਨੂੰ ਆਇਡੈਂਟੀਫਾਈ ਕਰਨ ਦੇ ਲਈ ਕਿਹੜਾ ਐਡਰੈਸ ਵਰਤਿਆ ਜਾਂਦਾ ਹੈ। ਤਾਂ ਇਹ ਸਵਾਲ ਆਲਰੇਡੀ ਪੁੱਛਿਆ ਵੀ ਜਾ ਚੁੱਕਿਆ ਹੈ। PSSB ਆਂਗਣਵਾੜੀ ਸੁਪਰਵਾਈਜ਼ਰ ਦੇ ਵਿੱਚ ਇਹ ਸਵਾਲ ਉਹਨੇ ਪੁੱਛਿਆ ਸੀ। ਕਹਿੰਦਾ ਕੰਪਿਊਟਰ ਨੂੰ ਪੂਰੀ ਦੁਨੀਆ ਦੇ ਵਿੱਚ ਆਇਡੈਂਟੀਫਾਈ ਕਰਨ ਦੇ ਲਈ ਕਿਹੜਾ ਐਡਰੈਸ ਵਰਤਿਆ ਜਾਂਦਾ, ਤਾਂ ਉਹਦਾ ਆਨਸਰ ਸੀਗਾ IP ਐਡਰੈਸ। ਤਾਂ IP ਐਡਰੈਸ ਹੈਗਾ ਜਿਹੜਾ ਇਹ ਕੰਪਿਊਟਰ ਨੂੰ ਪੂਰੀ ਦੁਨੀਆ ਦੇ ਵਿੱਚ ਯੂਨੀਕਲੀ ਆਇਡੈਂਟੀਫਾਈ ਕਰਦਾ। ਪੂਰੀ ਦੁਨੀਆ ਦੇ ਵਿੱਚ ਦੋ ਕੰਪਿਊਟਰ ਦੇ ਸੇਮ IP ਐਡਰੈਸ ਨਹੀਂ ਹੋ ਸਕਦੇ ਜੇ ਆਪਾਂ ਗਲੋਬਲੀ ਦੀ ਗੱਲ ਕਰੀਏ। ਜੇ ਹੋਰ ਜ਼ਿਆਦਾ ਡੂੰਘਾ ਉਤਰਨਾ ਹੋਵੇ ਤਾਂ ਵੈਸੇ ਹੋ ਸਕਦੇ ਨੇ, ਕਿਉਂਕਿ IP ਐਡਰੈਸ ਵੀ ਫਰਦਰ ਪਬਲਿਕ ਤੇ ਪ੍ਰਾਈਵੇਟ IP ਐਡਰੈਸ ਹੁੰਦੇ ਨੇ। ਪਬਲਿਕ ਜਿਹੜੇ ਪ੍ਰਾਈਵੇਟ IP ਐਡਰੈਸ ਹੁੰਦੇ ਨੇ, ਜਿਵੇਂ 192.68.16.32 ਹੈ ਨਾ, ਇਹ ਵਾਲੇ ਐਡਰੈਸ ਨੇ ਜਿਹੜੇ ਇਹ ਹਰ ਇੱਕ ਰਾਊਟਰ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ। ਉਹ ਚਲੋ ਇੰਨਾ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ, ਜੇ ਸਵਾਲ ਪੁੱਛੂਗਾ ਤਾਂ ਜ਼ਰੂਰ ਜਾਵਾਂਗੇ, ਹੈ ਨਾ। ਸੋ ਪੋਰਟ ਐਡਰੈਸ ਹੁੰਦਾ 16 ਬਿਟ ਦਾ ਜਾਂ 2 ਬਾਈਟ ਦਾ। ਪੋਰਟ ਐਡਰੈਸ ਕਾਹਦੇ ਲਈ ਵਰਤਿਆ ਜਾਂਦਾ? ਹੁਣ ਇੱਕ ਕੰਪਿਊਟਰ ਦੇ ਵਿੱਚ ਬਹੁਤ ਸਾਰੀਆਂ ਸਰਵਿਸਿਜ਼ ਰਨ ਕਰਦੀਆਂ ਨੇ, ਚਾਹੇ ਜੀਮੇਲ ਹੈ, ਚਾਹੇ ਯਾਹੂ ਹੈ, ਚਾਹੇ ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, WhatsApp ਹੋ ਗਿਆ, ਸਿਗਨਲ, ਹਜ਼ਾਰਾਂ ਐਪਲੀਕੇਸ਼ਨਾਂ ਚੱਲਦੀਆਂ ਨੇ। ਉਹ ਐਪਲੀਕੇਸ਼ਨਾਂ ਨੂੰ ਯੂਨੀਕਲੀ ਆਇਡੈਂਟੀਫਾਈ ਕਰਨ ਦੇ ਲਈ ਜਿਹੜਾ ਐਡਰੈਸ ਵਰਤਿਆ ਜਾਂਦਾ ਉਹ ਪੋਰਟ ਐਡਰੈਸ ਵਰਤਿਆ ਜਾਂਦਾ। ਜਿਵੇਂ ਇੱਕ ਹੋਸਟਲ ਦੀ ਗੱਲ ਕਰੀਏ ਆਪਾਂ, ਹੋਸਟਲ ਦਾ ਐਡਰੈਸ ਹੋ, ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਹੋਸਟਲ ਹੈ, ਆਪਾਂ ਕਹਿ ਦਈਏ ਬੰਦਾ ਬਹਾਦਰ ਹੋਸਟਲ ਹੈ। ਬੰਦਾ ਬਹਾਦਰ ਦੇ ਵਿੱਚ, ਮੰਨ ਲਓ ਮੈਂ ਬੰਦਾ ਬਹਾਦਰ ਦੇ ਵਿੱਚ ਰਹਿਣਾ, ਹਨਾ, ਕੁਲਦੀਪ ਸਿੰਘ ਮੇਰਾ ਨਾਮ ਹੈ। ਤੁਸੀਂ ਮੈਨੂੰ ਕੋਈ ਲੈਟਰ ਦੇਣ ਆ ਗਏ, ਹਨਾ, ਤੁਸੀਂ ਕਿਹਾ ਜੀ ਕੁਲਦੀਪ ਸਿੰਘ ਨੂੰ ਪਹੁੰਚਾ ਦਿਓ। ਤੁਸੀਂ ਬਾਹਰ ਸਿਕਿਉਰਿਟੀ ਗਾਰਡ ਨੂੰ ਫੜਾ ਦੋਗੇ, ਕੀ ਉਹ ਮੈਨੂੰ ਫੜਾ ਦੂਗਾ? ਨਹੀਂ ਫੜਾ ਪਊਗਾ, ਕਿਉਂਕਿ ਹੋ ਸਕਦਾ ਮੇਰੇ ਨਾਮ ਦੇ ਕਿੰਨੇ ਬੰਦੇ ਰਹਿੰਦੇ ਹੁਣ ਉੱਥੇ। ਤਾਂ ਆਪਾਂ ਕਹਿ ਸਕਦੇ ਹਾਂ ਵੀ ਇੱਕ ਹੋਸਟਲ ਦੇ ਵਿੱਚ ਯੂਨੀਕਲੀ ਆਇਡੈਂਟੀਫਾਈ ਇੱਕ ਹੋਸਟਲ ਦੇ ਨਾਮ ਨਾਲ ਇੱਕ ਬੰਦੇ ਨੂੰ ਨਹੀਂ ਕੀਤਾ ਜਾ ਸਕਦਾ। ਉਹਨੂੰ ਯੂਨੀਕਲੀ ਆਇਡੈਂਟੀਫਾਈ ਕਰਨ ਦੇ ਲਈ ਉਸ ਦਾ ਰੂਮ ਨੰਬਰ ਵੀ ਸਾਨੂੰ ਚਾਹੀਦਾ, ਪਲੱਸ ਹੋਸਟਲ ਦਾ ਐਡਰੈਸ ਵੀ ਸਾਨੂੰ ਚਾਹੀਦਾ। ਤਾਂ ਉਹ ਜਿਹੜਾ ਰੂਮ ਨੰਬਰ ਹੋਊਗਾ ਉਸ ਨੂੰ ਆਪਾਂ ਪੋਰਟ ਐਡਰੈਸ ਬੋਲ ਦਾਂਗੇ, ਠੀਕ ਹੈ। ਸੋ ਪੋਰਟ ਐਡਰੈਸ ਨੂੰ ਆਪਾਂ ਰੂਮ ਨੰਬਰ ਸਮਝ ਸਕਦੇ ਹਾਂ। ਕਿਸੇ ਵੀ ਸਟੂਡੈਂਟ ਨੂੰ ਪ੍ਰੋਪਰ ਐਡਰੈਸ ਆਇਡੈਂਟੀਫਾਈ ਕਰਨਾ ਹੈ ਤਾਂ ਉਹਦਾ ਹੋਸਟਲ ਨੇਮ ਜਾਂ ਹੋਸਟਲ ਨੰਬਰ ਤੇ ਉਹਦਾ ਰੂਮ ਨੰਬਰ ਹੋਣਾ ਚਾਹੀਦਾ। ਤਾਂ ਰੂਮ ਨੰਬਰ ਕੀ ਕਰਦੇ ਨੇ? ਸਟੂਡੈਂਟਸ ਨੂੰ ਯੂਨੀਕਲੀ ਆਇਡੈਂਟੀਫਾਈ ਕਰਦੇ ਨੇ। ਡਿਫਰੈਂਟ ਟਾਈਪਸ ਆਫ ਦਾ ਸਟੂਡੈਂਟਸ ਆਰ ਯੂਨੀਕਲੀ ਆਇਡੈਂਟੀਫਾਈਡ ਇਨ a hostel with room number. So in similar way we can say that port address is used to uniquely identify different types of the services running inside a computer. ਤਾਂ ਆਪਾਂ ਕਹਿ ਸਕਦੇ ਹਾਂ ਨਾ, ਤਾਂ ਲੌਜੀਕਲ ਤੇ ਪੋਰਟ ਐਡਰੈਸ ਨੂੰ ਮਿਲਾ ਕੇ ਇੱਕ ਐਡਰੈਸ ਬਣਦਾ ਹੈ, ਜਿਹਨੂੰ ਕਹਿੰਦੇ ਹਾਂ ਅਸੀਂ ਸੌਕੇਟ ਐਡਰੈਸ। ਇਹ ਵੀ ਗੱਲ ਯਾਦ ਰੱਖਣ ਵਾਲੀ ਹੈ। ਸਵਾਲ ਕਈ ਵਾਰੀ ਆਪਾਂ ਨੂੰ ਪੁੱਛ ਲੈਂਦਾ ਵੀ ਸੌਕੇਟ ਐਡਰੈਸ ਇਜ਼ a combination of physical or logical, physical or port, physical or web, logical or port, logical or web, port address or web specific address। ਤਾਂ ਯਾਦ ਰੱਖਣਾ ਹੈ ਲੌਜੀਕਲ ਤੇ ਪੋਰਟ ਦਾ ਜਿਹੜਾ ਕੰਬੀਨੇਸ਼ਨ ਹੁੰਦਾ that is known as ਸੌਕੇਟ ਐਡਰੈਸ। ਤੇ ਵੈਬ ਸਪੈਸਿਫਿਕ ਕਿਹੜਾ ਹੁੰਦਾ? ਇਹਦੇ ਵਿੱਚ ਜਿਵੇਂ ਹੋ ਗਿਆ www ਡਾਟ, ਜਿਵੇਂ ਆਪਣਾ ਹੈਗਾ ਬਾਈਨਰੀ ਇੰਸਟਰਕਟਰ .org, ਇਹ ਹੁੰਦਾ ਵੈਬ ਸਪੈਸਿਫਿਕ, ਜਿਹੜਾ ਆਮ ਭਾਸ਼ਾ ਦੇ ਵਿੱਚ ਸਾਨੂੰ ਯਾਦ ਰੱਖਣਾ ਸੌਖਾ ਰਹਿੰਦਾ ਹੈ ਨਾ। ਸੋ ਇਹ ਗੱਲ ਕਲੀਅਰ ਹੋ ਗਈ। ਹੁਣ ਜੇ ਆਪਾਂ ਗੱਲ ਕਰੀਏ ਤਾਂ ਪੋਰਟ ਨੰਬਰ, ਹਰ ਇੱਕ ਸਰਵਿਸਿਜ਼ ਦੇ ਪੋਰਟ ਨੰਬਰ ਹੁੰਦੇ ਨੇ। ਤਾਂ ਪੋਰਟ ਨੰਬਰ ਹੀ ਆਪਾਂ ਨੂੰ ਪੁੱਛਿਆ, ਪ੍ਰੋਟੋਕੋਲਸ ਦੇ ਪੋਰਟ ਨੰਬਰ ਨੇ ਕੁਝ, ਇਹ ਵੀ ਇਹਨਾਂ ਦੀ ਵੀ ਫਰਦਰ ਡਿਵੀਜ਼ਨ ਹੈ। ਜਿਵੇਂ ਆਪਾਂ ਕਹਦੇ ਪ੍ਰਾਈਵੇਟ ਪੋਰਟ ਨੰਬਰ, ਪਬਲਿਕ ਪੋਰਟ ਨੰਬਰ, ਵੈਲ ਡਿਫਾਈਨਡ ਪੋਰਟ ਨੰਬਰ, ਰਜਿਸਟਰਡ ਪੋਰਟ ਨੰਬਰ। ਇਹਨਾਂ ਦੀ ਲੋੜ ਨਹੀਂ ਕਿਉਂਕਿ ਉਹਨੇ ਸਵਾਲ ਨਹੀਂ ਪੁੱਛਿਆ, ਆਪਾਂ ਨਹੀਂ ਕਰਾਵਾਂਗੇ। ਜੇ ਪੁੱਛੂਗਾ ਤਾਂ ਜ਼ਰੂਰ ਕਰਾਵਾਂਗੇ, ਠੀਕ ਹੈ, ਕਿਉਂਕਿ ਬਹੁਤ ਜ਼ਿਆਦਾ ਫਿਰ ਡਿਟੇਲ ਹੋ ਜਾਂਦੀ ਹੈ ਜੇ ਆਪਾਂ ਸਪੈਸੀਫਿਕਲੀ ਹੋ ਗਏ, ਹੈ ਨਾ। ਤਾਂ ਜਿਵੇਂ ਪ੍ਰੋਟੋਕੋਲ ਦੀ ਗੱਲ ਕਰੀਏ, ਸਿਕਿਉਰ ਸ਼ੈਲ SSH ਹੁੰਦਾ, ਸਿਕਿਉਰ ਸ਼ੈਲ ਇਹਦਾ ਹੁੰਦਾ ਪੋਰਟ ਨੰਬਰ 22। ਤੇ SMTP ਹੁੰਦਾ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ, 25 ਨੰਬਰ ਪੋਰਟ ਹੈ ਇਹਦਾ। ਪੌਪ ਹੁੰਦਾ ਪੋਸਟ ਆਫਿਸ ਪ੍ਰੋਟੋਕੋਲ, 110 ਨੰਬਰ ਹੈ। IMAP ਇੰਟਰਨੈਟ ਮੈਸੇਜ ਐਕਸੈਸ ਪ੍ਰੋਟੋਕੋਲ 143.143, ਇਹ ਆਪਣਾ ਫੇਵਰੇਟ ਪੋਰਟ ਨੰਬਰ ਹੈ, ਠੀਕ ਹੈ। ਸੋ DNS ਹੁੰਦਾ ਡੋਮੇਨ ਨੇਮ ਸਿਸਟਮ,
ਜਿਹੜਾ ਹੁੰਦਾ ਹੈ ਜਾਂ ਡੋਮੇਨ ਨੇਮ ਸਰਵਰ ਵੀ ਕਿਹਾ ਜਾਂਦਾ ਹੈ 53 ਹੈ। ਤੇ HTTP ਦੀ ਗੱਲ ਕਰੀਏ ਤਾਂ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕਾਲ 80 ਨੰਬਰ ਪੋਰਟ ਹੈ। HTTPS ਸਿਕਿਉਰ ਇਹਦਾ ਹੁੰਦਾ 443। ਤਾਂ ਯਾਦ ਰੱਖਣਾ ਆਪਾਂ ਨੂੰ ਪੁੱਛਿਆ HTTP ਦਾ ਤਾਂ ਇਹਦਾ ਆਨਸਰ ਹੋ ਜਾਊਗਾ 80। ਤਾਂ ਇਹ ਸਾਰੇ ਕਾਫੀ ਇੰਪੋਰਟੈਂਟ ਨੇ, ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। ਵੈਸੇ ਵੀ ਅਗਰ ਤੁਸੀਂ ਟੈਲੀਗ੍ਰਾਮ ਤੇ ਨਹੀਂ ਹੈਗੇ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ, ਤੁਸੀਂ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ। ਉੱਥੇ ਸਾਰੀਆਂ ਇਹ ਵੀਡੀਓ ਦੀਆਂ PPTs ਨੇ ਜਿਹੜੀਆਂ ਉੱਥੇ ਸ਼ੇਅਰ ਕੀਤੀਆਂ ਜਾਂਦੀਆਂ ਨੇ। ਕਲੀਅਰ? ਠੀਕ ਆ। ਅਗਲਾ ਆ ਗਿਆ ਸ਼ਾਰਟਕਟ ਟੂ ਸਟਾਰਟ ਨਿਊ ਡਾਕੂਮੈਂਟ ਇਨ MS Word। ਆਪਾਂ ਦੇਖ ਹੀ ਗਏ ਵੀ ਨਿਊ ਵਿੰਡੋ ਸਟਾਰਟ ਕਰਨੀ ਹੋਵੇ ਨਿਊ ਡਾਕੂਮੈਂਟ ਦੇ ਲਈ ਹੁੰਦਾ ਕੰਟਰੋਲ N। ਆਹ ਦੇਖੋ ਸਵਾਲ ਮੈਂ ਪਹਿਲਾਂ 1 ਜੁਲਾਈ ਵਾਲੀ ਸ਼ਿਫਟ ਦੇ ਵਿੱਚ ਮੈਂ ਕਵਰ ਕਰਾਇਆ ਸੀ। ਜਿਹੜੇ ਬੱਚੇ ਵੀਡੀਓ ਦੇਖ ਕੇ ਗਏ ਹੋਣਗੇ ਆਈ ਹੋਪ ਕਿ ਉਹਨਾਂ ਦਾ ਸਹੀ ਹੋਇਆ ਹੋਣਾ। ਜੇ ਤੁਸੀਂ 1 ਜੁਲਾਈ ਵਾਲੇ ਵੀਡੀਓ ਦੇਖ ਕੇ ਗਏ ਸੀ ਤੇ 9 ਜੁਲਾਈ ਨੂੰ ਤੁਸੀਂ ਇਹ ਸਵਾਲ ਸਹੀ ਕਰਕੇ ਆਏ ਹੋ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ। ਜਿਵੇਂ ਸਵਾਲ ਉਹਨੇ ਪੁੱਛਿਆ ਸੀ, ਕਹਿੰਦਾ ਫਸਟ ਵੈਬ ਬਰਾਊਜ਼ਰ ਡਿਵੈਲਪਡ ਬਾਈ ਦੀ ਨੈਸ਼ਨਲ ਸੈਂਟਰ ਫॉर ਸੁਪਰ ਕੰਪਿਊਟਿੰਗ ਐਪਲੀਕੇਸ਼ਨ। ਇਹ ਤੁਹਾਨੂੰ ਯਾਦ ਹੋਊਗਾ ਮੈਂ ਕਰਵਾਇਆ ਸੀ, ਦੁਬਾਰਾ ਫਿਰ ਕਰਾ ਦੇਣਾ। ਜੇ ਪੁੱਛ ਲੈ ਪਹਿਲਾ ਵੈਬ ਬਰਾਊਜ਼ਰ ਤਾਂ ਵਰਲਡ ਵਾਈਡ ਵੈਬ ਸੀ 1990 ਦੇ ਵਿੱਚ ਟਿਮ ਬਰਨਰ ਲੀ ਨੇ ਬਣਾਇਆ ਸੀ। ਕਿੱਥੇ ਬਣਾਇਆ ਸੀਗਾ? ਆਹ ਆਰਗੇਨਾਈਜੇਸ਼ਨ ਦਾ ਨਾਮ ਜਰੂਰ ਯਾਦ ਰੱਖ ਲਿਓ, CERN ਯੂਰਪੀਅਨ ਆਰਗੇਨਾਈਜੇਸ਼ਨ ਫॉर ਨਿਊਕਲੀਅਰ ਰਿਸਰਚ। CERN ਇੱਕ ਯੂਰਪੀਅਨ ਆਰਗੇਨਾਈਜੇਸ਼ਨ ਫॉर ਨਿਊਕਲੀਅਰ ਰਿਸਰਚ ਹੈ, ਠੀਕ ਆ। ਤੇ ਇਹਦਾ ਵਰਲਡ ਵਾਈਡ ਵੈਬ ਦੀ ਕੰਟੇਨਰ ਦੇ ਨਾਲ ਕਨਫਿਊਜ਼ਨ ਹੋ ਗਈ ਸੀ, ਜਿਹੜਾ ਕਿ ਬਾਅਦ ਦੇ ਵਿੱਚ ਇਹਦਾ ਨੇਮ ਚੇਂਜ ਕਰਕੇ 1991 ਦੇ ਵਿੱਚ ਉਹਨੇ ਨਾਮ ਚੇਂਜ ਕਰਕੇ ਕੀ ਰੱਖਤਾ ਸੀ? ਨੈਕਸਸ। ਕਈ ਵਾਰੀ ਆਪਾਂ ਨੂੰ ਇਹ ਪੁੱਛ ਲਏ ਸਵਾਲ ਦੇ ਵਿੱਚ ਵੀ ਪਹਿਲਾ ਵੈਬ ਬਰਾਊਜ਼ਰ ਕਿਹੜਾ ਸੀ, ਵਰਲਡ ਵਾਈਡ ਵੈਬ ਆਪਸ਼ਨ ਹੀ ਨਾ ਦੇਵੇ ਤਾਂ ਨੈਕਸਸ ਆਪਸ਼ਨ ਹੋਵੇ ਤਾਂ ਆਨਸਰ ਨੈਕਸਸ ਲਗਾ ਸਕਦੇ ਹਾਂ। ਤਾਂ ਜਾਂ ਪੁੱਛ ਲਏ ਵੀ ਵਰਲਡ ਵਾਈਡ ਵੈਬ, ਸਾਨੂੰ ਇਹ ਲੱਗਦਾ ਵੀ ਵਰਲਡ ਵਾਈਡ ਵੈਬ ਦਾ ਇੱਕ ਕੰਟੇਨਰ ਆ ਜਿਹੜੀਆਂ ਸਾਰੀਆਂ ਵੈਬਸਾਈਟਾਂ ਨੂੰ ਤੇ ਵੈਬ ਕਹਿ ਲਓ ਵੀ ਕੀ ਬੋਲਦੇ ਉਹਨਾਂ ਨੂੰ, ਵੈਬ ਸਰਵਰ ਨੂੰ ਹੋਲਡ ਕਰਕੇ ਰੱਖਦਾ। ਬਟ ਉਹਨਾਂ ਨੇ ਕੰਟੇਨਰ, ਇਸ ਬੰਦੇ ਨੇ ਟਿਮ ਬਰਨਰ ਲੀ ਨੇ ਕੰਟੇਨਰ ਦੇ ਨਾਮ ਤੇ ਹੀ ਵੈਬ ਬਰਾਊਜ਼ਰ ਦਾ ਨਾਮ ਰੱਖਤਾ ਸੀ, ਜਿਹਨੂੰ ਵਰਲਡ ਵਾਈਡ ਵੈਬ ਦਾ ਬਰਾਊਜ਼ਰ ਦਾ ਨਾਮ ਦਿੱਤਾ ਸੀ। ਕਲੀਅਰ ਹੋਈ ਗੱਲ? ਸੋ ਇਹ ਵੀ ਆਪਾਂ ਯਾਦ ਰੱਖਣਾ। ਹਾਂ, ਉਸ ਤੋਂ ਬਾਅਦ ਆਪਾਂ ਅੱਗੇ ਇਹ ਕੀਤਾ ਸੀਗਾ ਵੀ ਜੇ ਪੁੱਛ ਲਏ ਫਸਟ ਪਪੂਲਰ ਗ੍ਰਾਫਿਕਲ ਵੈਬ ਬਰਾਊਜ਼ਰ ਆਪਾਂ ਨੂੰ ਪੁੱਛ ਲਏ ਹਨਾ, ਜਾਂ ਤਾਂ ਪਹਿਲਾਂ ਪਪੂਲਰ ਕਹਿ ਦੇ ਜਾਂ ਗ੍ਰਾਫਿਕਲ ਕਹਿ ਦੇ, ਫਿਰ ਆਨਸਰ ਕੀ ਹੋਊਗਾ? ਤਾਂ ਉਹਦਾ ਆਨਸਰ ਹੋਊਗਾ ਮੋਇਸਿਕ। ਇਟ ਵਾਸ ਡਿਵੈਲਪਡ ਬਾਈ, ਦੇਖੋ ਆਹ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਕਿਹਨੇ ਡਿਵੈਲਪ ਕੀਤਾ ਸੀ, ਨੈਸ਼ਨਲ ਸੈਂਟਰ ਫॉर ਸੁਪਰ ਕੰਪਿਊਟਿੰਗ ਐਪਲੀਕੇਸ਼ਨ। ਸੇਮ ਡਿਟੋ ਸਲਾਈਡ ਮੈਂ ਉਹੀ ਪਾਈ ਹੋਈ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ। ਦੀ ਨੈਸ਼ਨਲ ਸੈਂਟਰ ਫॉर ਸੁਪਰ ਕੰਪਿਊਟਿੰਗ ਐਪਲੀਕੇਸ਼ਨ NCSA ਲੈਡ ਬਾਈ ਦੀ ਮਾਰਸ ਐਂਡਰਸਨ ਐਂਡ ਐਰਿਕ ਬਿਨਾ। ਇਹ ਦੋ ਬੰਦਿਆਂ ਨੇ, ਇਹ ਵੀ ਮੈਂ ਦੱਸੇ ਹੋਏ ਸੀ ਤੁਹਾਨੂੰ ਹਨਾ। ਸੋ ਇਹਨਾਂ ਨੇ ਬਣਾਇਆ ਸੀ 1993 ਦੇ ਵਿੱਚ, ਜਿਹੜਾ ਕਿ ਪਪੂਲਰ ਕਿਉਂ ਹੋ ਗਿਆ ਸੀ? ਕਿਉਂਕਿ ਬਹੁਤ ਜ਼ਿਆਦਾ ਯੂਜ਼ਰ ਫਰੈਂਡਲੀ ਸੀ, ਡਿਸਪਲੇ ਕਰਦਾ ਸੀ ਇਮੇਜ ਇਨਲਾਈਨ ਵਿਦ ਟੈਕਸਟ। ਇਮੇਜ ਦੇ ਨਾਲ ਟੈਕਸਟ ਨੂੰ ਆਪਾਂ ਡਿਸਪਲੇ ਕਰ ਸਕਦੇ ਸੀ। ਕਲੀਅਰ ਹੋਈ ਗੱਲ? ਸੋ ਮੈਂ ਨਵੀਂ ਸਲਾਈਡ ਵੀ ਐਡ ਕੀਤੀ ਹੈ ਵੀ ਜੇ ਪੁੱਛ ਲਏ ਫਸਟ ਵੈਬ ਬਰਾਊਜ਼ਰ ਡਿਵੈਲਪਡ ਬਾਈ NCSA ਤਾਂ ਵੀ ਮੋਇਸਿਕ ਹੀ ਹੈ। ਉਹ ਦੋ ਬੰਦੇ, ਸਾਰਾ ਕੁਝ ਉਹੀ ਲਿਖਿਆ ਹੋਇਆ, ਘੁਮਾ ਫਿਰਾ ਕੇ ਲਿਖਿਆ ਹੋਇਆ, ਚੀਜ਼ਾਂ ਦਾ ਕੋਈ ਵੀ ਫਰਕ ਨਹੀਂ ਹੈ। ਤਾਂ ਇੱਕ ਨੈਟਸਕੇਪ ਨੈਵੀਗੇਟਰ ਵੀ ਬੜਾ ਫੇਮਸ ਹੋ ਗਿਆ ਸੀ ਬਾਅਦ ਦੇ ਵਿੱਚ। ਇਹ ਬਸ ਯਾਦ ਰੱਖਣਾ ਵੀ ਮੋਇਸਿਕ ਹੈ ਜਿਹੜਾ NCSA ਨੇ ਬਣਾਇਆ ਸੀ, ਨੈਟਸਕੇਪ ਨੈਵੀਗੇਟਰ ਹੈ ਜਿਹੜਾ ਨੈਟਸਕੇਪ ਕਮਿਊਨੀਕੇਸ਼ਨ ਕਾਰਪੋਰੇਸ਼ਨ ਨੇ 1994 ਦੇ ਵਿੱਚ। ਇਹ ਜ਼ਿਆਦਾ ਪਪੂਲਰ ਹੋ ਗਿਆ ਸੀਗਾ ਮੋਇਸਿਕ ਦੇ ਨਾਲੋਂ, ਕਿਉਂਕਿ ਸਿੰਪਲ ਸੀਗਾ, ਫੀਚਰ ਵੀ ਜ਼ਿਆਦਾ ਸਪੋਰਟ ਕਰਦਾ ਸੀ, ਠੀਕ ਹੈ, ਮੋਇਸਿਕ ਦੇ ਨਾਲੋਂ। ਬਟ ਜੇ ਪੁੱਛੂਗਾ ਆਪਾਂ ਨੂੰ ਪਹਿਲਾ ਕਿਹੜਾ ਸੀਗਾ ਫੇਵਰੇਟ, ਸੌਰੀ ਪਹਿਲਾ ਪਪੂਲਰ ਕਿਹੜਾ ਹੋਇਆ ਸੀ? ਮੋਇਸਿਕ ਹੀ ਹੋਇਆ ਸੀ। ਉਸ ਤੋਂ ਬਾਅਦ ਤਾਂ ਨੈਟਸਕੇਪ ਨੈਵੀਗੇਟਰ 94 ਚ ਆ ਗਿਆ, 95 ਦੇ ਵਿੱਚ ਆਪਾਂ ਨੂੰ ਪਤਾ ਇੰਟਰਨੈਟ ਐਕਸਪਲੋਰਰ ਆ ਗਿਆ ਹਨਾ। ਸੋ ਉਹ ਫਿਰ ਤਾਂ ਚੱਲਦੇ ਗਏ ਬਹੁਤ ਦੇ ਵਿੱਚ, ਪਰ ਸ਼ੁਰੂ ਦੇ ਵਿੱਚ ਸੀਗਾ ਮੋਇਸਿਕ ਹੀ ਸੀਗਾ ਪਹਿਲਾਂ। ਜੇ ਪੁੱਛ ਲਏ, ਜੇ ਪਹਿਲਾਂ ਪੁੱਛ ਲਏ ਤਾਂ ਫਿਰ ਵਰਲਡ ਵਾਈਡ ਵੈਬ, ਜੇ ਪਹਿਲਾਂ ਪਪੂਲਰ ਪੁੱਛ ਲਏ ਤਾਂ ਫਿਰ ਮੋਇਸਿਕ। ਠੀਕ ਹੈ, ਯਾਦ ਰੱਖਣੀ ਹੈ ਗੱਲ। ਅਗਲਾ ਸੀਗਾ, ਇਹ ਵੀ ਸਵਾਲ BOIP ਦੇ ਵਿੱਚੋਂ ਹੈ। BOIP ਦਾ ਟੌਪਿਕ ਵੀ ਆਪਾਂ ਚੰਗੀ ਤਰ੍ਹਾਂ ਕੀਤਾ ਹੋਇਆ। ਜਿਵੇਂ ਸੀਗਾ, ਕਹਿੰਦਾ BOIP ਕਨਵਰਟਸ ਵੌਇਸ ਇਨਟੂ ਵਿਚ ਟਾਈਪ ਆਫ ਸਿਗਨਲ। ਇਹ ਆਪਾਂ ਨੂੰ ਆਲਰੇਡੀ ਪਤਾ ਵੀ ਵੌਇਸ ਦਾ ਜਿਹੜਾ ਸਿਗਨਲ ਹੁੰਦਾ ਉਹ ਇਸ ਤਰ੍ਹਾਂ ਕਰਕੇ ਜਾਂਦੀ ਹੈ। ਵੌਇਸ ਐਨਾਲੌਗ ਸਿਗਨਲ ਦੇ ਵਿੱਚ ਵੌਇਸ ਆਉਂਦੀ ਹੈ ਤੇ ਉਸ ਨੂੰ BOIP ਕੀ ਕਰ ਦਿੰਦਾ? ਕਨਵਰਟ ਕਰ ਦਿੰਦਾ ਡਿਜੀਟਲ ਸਿਗਨਲ ਦੇ ਵਿੱਚ। ਮੈਂ ਥੋੜੀ ਜਿਹੀ ਥਿਊਰੀ ਐਡ ਕੀਤੀ ਹੈ, ਵੈਸੇ ਤਾਂ ਆਪਾਂ ਆਲਰੇਡੀ ਕੀਤਾ ਹੋਇਆ। ਕਨਵਰਟਸ ਵੌਇਸ ਇਨਟੂ ਡਿਜੀਟਲ ਸਿਗਨਲ। ਤਾਂ ਬਹੁਤ ਸਾਰੇ ਕੰਪਰੈਸ਼ਨ ਐਲਗੋਰਿਥਮ ਯੂਜ਼ ਕੀਤੇ ਜਾਂਦੇ ਨੇ, ਜਿਵੇਂ G.711 ਜਾਂ G.729। ਇਹਨਾਂ ਨੂੰ ਕਿਸੇ ਫਾਰਮੈਟ ਦੇ ਵਿੱਚ ਡਿਜੀਟਲ ਸਿਗਨਲ ਨੂੰ ਕਨਵਰਟ ਕਰਕੇ ਫਿਰ ਟਰਾਂਸਮਿਟ ਕਰ ਦਿੱਤਾ ਜਾਂਦਾ ਓਵਰ ਦੀ IP ਨੈਟਵਰਕਸ, ਪੈਕਟਸ ਦੀ ਫਾਰਮ ਦੇ ਵਿੱਚ, ਚਾਹੇ ਲੋਕਲ ਏਰੀਆ ਨੈਟਵਰਕ ਹੋਵੇ ਚਾਹੇ ਇੰਟਰਨੈਟ ਹੋਵੇ ਹਨਾ, ਉੱਥੇ ਸੈਂਡ ਕਰ ਦਿੱਤਾ ਜਾਂਦਾ।
ਇਹ ਪੈਕੇਟ ਫਿਰ ਰਿਸੀਵ ਹੁੰਦੇ ਨੇ ਰਿਸੀਵਰ ਸਾਈਡ ਤੇ, ਫਿਰ ਇਹਨਾਂ ਨੂੰ ਦੁਬਾਰਾ ਡਿਜੀਟਲ ਸਿਗਨਲ ਨੂੰ ਕਾਹਦੇ ਵਿੱਚ ਕਨਵਰਟ ਕਰ ਲਿਆ ਜਾਂਦਾ, ਐਨਾਲੌਗ ਦੇ ਵਿੱਚ। ਤਾਂ ਐਨਾਲੌਗ ਜਿਹੜੀ ਆਡੀਓ ਹੁੰਦੀ ਹੈ ਉਹ ਸਾਨੂੰ ਕਹ ਲਓ ਵੀ ਸੁਣਨ ਲੱਗ ਜਾਂਦੀ, ਠੀਕ ਹੈ। ਤਾਂ ਇਹਦਾ ਆਨਸਰ ਫਿਰ ਆਪਾਂ ਨੂੰ ਹੋ ਗਿਆ ਵੀ ਇਹਦਾ ਆਨਸਰ ਸੀਗਾ ਡਿਜੀਟਲ ਸਿਗਨਲ। ਮੈਨੂੰ ਆਪਸ਼ਨਾਂ ਨਹੀਂ ਬੱਚੇ ਨੇ ਭੇਜੀਆਂ ਸਟੂਡੈਂਟਸ ਨੇ, ਅਗਰ ਕੋਈ ਹੋਰ ਆਪਸ਼ਨਾਂ ਭੇਜੀਆਂ ਨੇ ਤਾਂ ਆਪਾਂ ਕੋਈ ਗੱਲ ਨਹੀਂ, ਤੁਸੀਂ ਆਪਸ਼ਨ ਭੇਜਿਓ। ਨੈਕਸਟ ਸ਼ਿਫਟ ਦਾ ਜਿਹੜਾ ਆਪਾਂ ਐਨਾਲਿਸਿਸ ਕਰਾਵਾਂਗੇ ਉਹਦੇ ਵਿੱਚ ਫਿਰ ਆਪਾਂ ਉਹਦੇ ਹਿਸਾਬ ਨਾਲ ਕਰਾ ਦਾਂਗੇ। ਜਿਵੇਂ ਪਿੱਛੇ ਇੱਕ ਸਵਾਲ ਕੀਤਾ ਸੀਗਾ ਵੀ ਜਿਹੜੀਆਂ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਬਾਰੇ ਪੁੱਛਿਆ ਸੀਗਾ, ਮਾਈਕਰੋ ਬਲੌਗਿੰਗ ਬਾਰੇ ਪੁੱਛਿਆ ਸੀ। ਪਹਿਲਾਂ ਮੈਨੂੰ ਹੋਰ ਆਪਸ਼ਨਾਂ ਮਿਲੀਆਂ, ਮੈਂ ਉਹਦੇ ਹਿਸਾਬ ਨਾਲ ਕਰਾਤਾ, ਬਾਅਦ ਚ ਬੱਚਿਆਂ ਨੇ ਹੋਰ ਆਪਸ਼ਨਾਂ ਭੇਜੀਆਂ, ਆਪਾਂ ਉਹਦੇ ਹਿਸਾਬ ਨਾਲ ਕਰਾਤਾ, ਹਨਾ। ਇਹ ਤੁਸੀਂ ਦੱਸਣਾ ਜ਼ਿਆਦਾ। ਤਾਂ ਟੀਚਿੰਗ ਹਮੇਸ਼ਾ ਹੀ ਵਨ ਵੇ ਨਹੀਂ ਹੁੰਦਾ। ਅਗਰ ਤੁਹਾਨੂੰ ਕੋਈ ਡਾਊਟ ਲੱਗਦਾ, ਜਿਵੇਂ ਪਿਛਲੀ ਵੀਡੀਓ ਦੇ ਵਿੱਚ ਵੀ ਸਟੂਡੈਂਟਸ ਨੇ ਮੈਨੂੰ ਕਮੈਂਟ ਕੀਤੇ, ਮੈਨੂੰ ਕਾਫੀ ਅੱਛਾ ਲੱਗਿਆ। ਇੱਕ ਥੋੜੀ ਜਿਹੀ ਮਿਸਟੇਕ ਰਹਿ ਗਈ ਸੀ, ਹਨਾ। ਅਗਰ ਤੁਸੀਂ ਇੱਥੋਂ ਇਹ ਵੀ ਪਤਾ ਲੱਗਦਾ ਵੀ ਆਪਾਂ ਕਿੰਨੇ ਕੁ ਧਿਆਨ ਨਾਲ ਦੇਖ ਰਹੇ ਹਾਂ ਚੀਜ਼ਾਂ ਨੂੰ, ਸਮਝ ਰਹੇ ਹਾਂ ਨਾ, ਤਾਂ ਮੈਨੂੰ ਬਹੁਤ ਅੱਛਾ ਲੱਗਦਾ। ਅਗਰ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਚੀਜ਼ ਮੈਚ ਨਹੀਂ ਕਰ ਰਹੀ, ਕਿਤੇ ਸਟੇਟਮੈਂਟ ਮੈਚ ਨਹੀਂ ਕਰ ਰਹੀ, ਕਿਤੇ ਆਪਾਂ ਹੋਰ ਸਟੇਟਮੈਂਟ ਦੇ ਦਈਏ, ਅੱਗੇ ਥਾਂ ਜਾ ਕੇ ਉਹ ਸਟੇਟਮੈਂਟ ਬਦਲ ਜੇ, ਹਨਾ, ਤਾਂ ਇਸ ਚੀਜ਼ ਦੇ ਨਾਲ ਮੇਰੀ ਵੀ ਪਰਸਨਲੀ ਬਹੁਤ ਜ਼ਿਆਦਾ ਗਰੋਥ ਹੁੰਦੀ ਹੈ। ਤਾਂ ਮੈਨੂੰ ਲੱਗਦਾ ਵੀ ਮੈਂ ਹੋਰ ਜ਼ਿਆਦਾ ਆਪਾਂ ਧਿਆਨ ਨਾਲ ਕੰਮ ਕਰਦੇ ਹਾਂ, ਵੀ ਬੱਚੇ ਨੇ ਜਿਹੜੇ ਬਹੁਤ ਧਿਆਨ ਨਾਲ ਕੰਮ ਕਰ ਰਹੇ ਨੇ, ਸੁਣ ਰਹੇ ਨੇ, ਪੜ੍ਹ ਰਹੇ ਨੇ ਆਪਾਂ ਨੂੰ, ਤੇ ਇਹ ਬੋਥ ਸਾਈਡ ਡਿਵੈਲਪਮੈਂਟ, ਤੁਸੀਂ ਵੀ ਡਿਵੈਲਪ ਹੋ ਰਹੇ ਹੋ, ਪਲੱਸ ਮੈਨੂੰ ਵੀ ਚੀਜ਼ਾਂ 'ਚ ਹੋਰ ਜ਼ਿਆਦਾ ਡੀਪ ਇਨਸਾਈਡ ਸਿੱਖਣ ਨੂੰ ਚੀਜ਼ਾਂ ਮਿਲਦੀਆਂ ਨੇ, ਹਨਾ। ਅਗਰ ਤੁਹਾਡੇ ਮਨ 'ਚ ਕੋਈ ਹੋਰ ਡਾਊਟ ਹੈ ਕੰਪਿਊਟਰ ਦੇ ਰਿਗਾਰਡਿੰਗ, ਤਾਂ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ। ਤਾਂ ਆਪਣਾ WhatsApp ਨੰਬਰ ਹੈ 9465 90346। ਅਗਰ WhatsApp ਨਹੀਂ ਕਰਨਾ ਚਾਹੁੰਦੇ ਤਾਂ ਟੈਲੀਗ੍ਰਾਮ ਤੇ ਵੀ ਮੈਸੇਜ ਕਰ ਸਕਦੇ ਹੋ। ਟੈਲੀਗ੍ਰਾਮ ਤੇ ਆਪਣਾ ਚੈਨਲ ਵੀ ਹੈ ਤੇ ਗਰੁੱਪ ਵੀ ਹੈ, ਗਰੁੱਪ 'ਚ ਮੈਸੇਜ ਕਰ ਸਕਦੇ ਹੋ, ਟੈਲੀਗ੍ਰਾਮ ਤੇ ਜਾ ਕੇ ਪਰਸਨਲ ਮੈਸੇਜ ਵੀ ਕਰ ਸਕਦੇ ਹੋ। ਅਗਰ ਤੁਹਾਡੇ ਕੋਲੇ ਕੋਈ ਸੁਜੈਸ਼ਨ ਹੈ, ਤੁਸੀਂ ਸੁਜੈਸ਼ਨ ਦੇਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਵੀ ਟੀਚਿੰਗ ਨੂੰ ਇਸ ਤਰੀਕੇ ਨਾਲ ਇੰਪਰੂਵ ਕੀਤਾ ਜਾ ਸਕਦਾ ਹੈ, ਜਾਂ ਆ ਆਪਣੀਆਂ ਸ਼ਾਰਟ ਕਮਿੰਗਸ ਨੇ, ਤਾਂ ਯੂ ਆਰ ਵਿਲ ਬੀ ਮੋਸਟ ਵੈਲਕਮ, ਹਨਾ। ਤੁਸੀਂ ਆਪਣੇ ਰਿਵਿਊ ਸ਼ੇਅਰ ਕਰ ਸਕਦੇ ਹੋ, ਠੀਕ ਹੈ। ਅਗਲਾ ਸਵਾਲ, ਆਪਰੇਟਿੰਗ ਸਿਸਟਮ ਵਿਦ ਕਮਾਂਡ ਲਾਈਨ ਇੰਟਰਫੇਸ। ਕਹਿੰਦਾ ਸਵਾਲ ਤਾਂ ਹੋਰ ਤਰੀਕੇ ਨਾਲ ਹੋਊਗਾ, ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਆਪਰੇਟਿੰਗ ਸਿਸਟਮ ਹੈ ਜਿਹੜਾ ਕਮਾਂਡ ਲਾਈਨ ਇੰਟਰਫੇਸ ਯੂਜ਼ ਕਰਦਾ। ਤਾਂ ਕਮਾਂਡ ਲਾਈਨ ਨੂੰ ਆਪਾਂ CLI ਬੋਲਦੇ ਹਾਂ। ਦੋ ਤਰ੍ਹਾਂ ਦੇ ਇੰਟਰਫੇਸ ਹੁੰਦੇ ਨੇ ਮੇਨਲੀ, CLI ਤੇ GUI। GUI ਦੇ ਵਿੱਚ ਆਪਾਂ ਨੂੰ ਪਤਾ ਵੀ ਕਲਿੱਕ ਹੁੰਦਾ, ਡਰੈਗ ਐਂਡ ਡ੍ਰੌਪ ਆਈਕਨ ਵਗੈਰਾ, ਹਨਾ। ਤੇ CLI ਦੇ ਵਿੱਚ ਆਪਾਂ ਨੂੰ ਲਿਖਣਾ ਪੈਂਦਾ, ਆਪਾਂ ਨੂੰ ਟਾਈਪ ਕਰਨਾ ਪੈਂਦਾ, ਕਮਾਂਡਸ ਹੋ ਗਈਆਂ, ਹਨਾ, ਇੰਟਰਫੇਸ ਦੇ ਕੋਡਿੰਗ ਦੇ ਲਈ। ਤਾਂ ਉਹ ਕਮਾਂਡ ਦੇ ਬੇਸਿਸ ਤੇ ਹੀ ਸਾਰੀ ਕਹਿ ਲਓ ਵੀ ਇੰਟਰਪ੍ਰੀਟੇਸ਼ਨ ਹੁੰਦੀ ਹੈ। ਵਿੰਡੋ XP, ਕ੍ਰੋਮ OS ਤੇ ਕੈਟਲੀਨਾ ਤੇ MS DOS। ਆਨਸਰ ਤਾਂ ਤੁਸੀਂ ਸਾਰਿਆਂ ਨੇ ਆਲਮੋਸਟ MS DOS ਹੀ ਸੋਚੋਗੇ, ਹਨਾ। ਤਾਂ ਆਪਾਂ ਥੋੜਾ ਜਿਹਾ ਪੜ੍ਹ ਲੈਂਦੇ ਹਾਂ, ਪਹਿਲਾਂ ਦੋ ਆਪਰੇਟਿੰਗ ਸਿਸਟਮ ਪੜ੍ਹ ਲੈਂਦੇ ਹਾਂ, ਕ੍ਰੋਮ OS ਤੇ ਕੈਟਲੀਨਾ ਕਿਹੜੇ ਨੇ। ਜਿਵੇਂ ਆਪਾਂ ਕ੍ਰੋਮ ਦੀ ਗੱਲ ਕਰੀਏ, ਕ੍ਰੋਮ ਆਪਰੇਟਿੰਗ ਸਿਸਟਮ ਹੈ ਜਿਹੜਾ, ਇਹ ਲਾਈਨਕਸ ਬੇਸਡ ਹੈ, ਹਨਾ। ਤਾਂ ਗੂਗਲ ਨੇ ਡਿਵੈਲਪ ਕੀਤਾ ਸੀ 2009 ਦੇ ਵਿੱਚ। ਦੇਖੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੁੱਛਿਆ ਜਾ ਸਕਦਾ ਹੈ ਵੀ ਕ੍ਰੋਮ ਆਪਰੇਟਿੰਗ ਸਿਸਟਮ ਹੈਗਾ ਜਿਹੜਾ ਗੂਗਲ ਨੇ ਕਦੋਂ ਲਾਂਚ ਕੀਤਾ ਸੀ, 2009। ਆਈ ਹੋਪ ਕਿ ਮੈਂ ਤੁਹਾਨੂੰ ਉੱਥੇ ਵੀ ਇਹ ਸਵਾਲ ਦੱਸਿਆ ਹੋਣਾ ਵੀ ਗੂਗਲ ਦੀਆਂ ਹੋਰ ਕਿਹੜੀਆਂ-ਕਿਹੜੀਆਂ ਸਰਵਿਸਿਜ਼ ਨੇ। ਜਿਵੇਂ ਗੂਗਲ ਦਾ ਆਪਣੇ ਕੋਲੇ ਗੂਗਲ ਕ੍ਰੋਮ ਇੱਕ ਬਰਾਊਜ਼ਰ ਹੈ, ਗੂਗਲ ਕ੍ਰੋਮ ਇੱਕ ਬਰਾਊਜ਼ਰ ਹੈ, ਕ੍ਰੋਮ ਆਪਰੇਟਿੰਗ ਸਿਸਟਮ ਇੱਕ ਆਪਰੇਟਿੰਗ ਸਿਸਟਮ ਹੈ। ਇਹ ਫਰਕ ਹੈ ਦੋਨਾਂ ਚੀਜ਼ਾਂ ਦੇ ਵਿੱਚ। ਗੂਗਲ ਕ੍ਰੋਮ ਇੱਕ ਬਰਾਊਜ਼ਰ ਹੈ ਤੇ ਗੂਗਲ ਇੱਕ ਸਰਚ ਇੰਜਨ ਹੈ, ਠੀਕ ਹੈ। ਇਹਨਾਂ ਚੀਜ਼ਾਂ 'ਚ ਕਨਫਿਊਜ਼ ਨਹੀਂ ਹੋਣਾ। ਗੂਗਲ ਦਾ ਮੈਨੂੰ ਫਿਰ ਯਾਦ ਆ ਗਿਆ, ਮੈਂ ਦੱਸਣ ਲੱਗਿਆ ਪਰ ਮੈਂ ਨਹੀਂ ਦੱਸੂਗਾ। ਗੂਗਲ ਦਾ ਜਿਹੜਾ ਪੇਰੈਂਟ ਹੈ, ਇਹ ਤੁਸੀਂ ਕਮੈਂਟ ਕਰਕੇ ਦੱਸਣਾ ਹੈ। ਅਗਰ ਤੁਸੀਂ ਹਜੇ ਤੱਕ ਕਮੈਂਟ ਨਹੀਂ ਕਰਿਆ ਤਾਂ ਤੁਸੀਂ ਕਮੈਂਟ ਜ਼ਰੂਰ ਕਰੋ, ਤੁਹਾਨੂੰ ਵੀ ਆਈਡੀਆ ਹੋ ਜਾਊਗਾ ਵੀ ਕੀ ਤੁਸੀਂ ਸਹੀ ਦੱਸ ਰਹੇ ਹੋ। ਸਹੀ ਗਲਤ ਤਾਂ ਚਲੋ ਮਾਇਨੇ ਨਹੀਂ ਹੁੰਦਾ, ਜੋ ਵੀ ਤੁਹਾਨੂੰ ਲੱਗਦਾ ਮੈਸੇਜ ਕਰੋ ਨਾ। ਕ੍ਰੋਮ ਹੈਗਾ, ਕਹਿੰਦਾ ਪ੍ਰਾਇਮਰਲੀ geared towards web based application and has GUI ਇੰਟਰਫੇਸ। ਇਹ ਕਹਿੰਦਾ ਮੇਨਲੀ ਕ੍ਰੋਮ ਬੁੱਕ ਦੇ ਲਈ ਹੀ ਡਿਜ਼ਾਈਨ ਕੀਤਾ। ਡਿਵਾਈਸ ਹੁੰਦੇ ਨੇ, ਜਿਵੇਂ ਆਪਾਂ ਕ੍ਰੋਮ ਬੁੱਕ ਨਹੀਂ ਲੈ ਲਈਏ ਗੂਗਲ ਦਾ, ਇੱਕ ਕਹਿ ਲਓ ਵੀ ਅੱਜ ਕੱਲ੍ਹ ਹੁਣ ਵੀ ਕੰਪਿਊਟਰ ਲੈਣ ਦੀ ਲੋੜ ਨਹੀਂ। ਜ਼ਿਆਦਾਤਰ ਟੈਕਨੋਲੋਜੀ ਨੇ ਜਿਹੜੀਆਂ ਉਹ ਕਲਾਊਡ ਬੇਸਿਸ ਹੋ ਰਹੀਆਂ ਨੇ। ਜਿਵੇਂ ਆਪਾਂ ਉਹ ਪੜ੍ਹੇ ਸੀ ਆਸ ਵਰਗੇ ਪਲੇਟਫਾਰਮ ਐਜ ਏ ਸਰਵਿਸ, ਇਨਫਰਾਸਟ੍ਰਕਚਰ ਐਜ ਏ ਸਰਵਿਸ, ਹੈ ਨਾ। ਉਹ ਸਾਰੀਆਂ ਚੀਜ਼ਾਂ ਆਪਾਂ ਹਾਰਡਵੇਅਰ ਐਜ ਏ ਸਰਵਿਸ ਉਹ ਪੜ੍ਹੀਆਂ ਸੀ ਨਾ। ਤਾਂ ਸਾਰੀ ਪ੍ਰੋਸੈਸਿੰਗ ਕਲਾਊਡ ਤੇ ਹੋਣੀ ਹੈ, ਸਿਰਫ ਸਾਨੂੰ ਇੱਕ ਬਰਾਊਜ਼ਰ ਦੀ ਜ਼ਰੂਰਤ ਪੈਣੀ ਹੈ। ਤਾਂ ਇਹ ਕੰਮ ਗੂਗਲ ਨੇ ਸਟਾਰਟ ਕੀਤਾ ਕ੍ਰੋਮ ਬੁੱਕ ਦੇ ਵਿੱਚ। ਕਹਿੰਦਾ ਕ੍ਰੋਮ ਬੁੱਕ ਦੇ ਲਈ ਗੂਗਲ ਤੁਸੀਂ ਆਪਰੇਟਿੰਗ ਸਿਸਟਮ ਵਰਤੋ ਤੇ ਤੁਹਾਨੂੰ ਕੋਈ ਵੀ ਕੰਪਿਊਟਰ ਲੈਣ ਦੀ ਲੋੜ ਨਹੀਂ, ਸਾਰੀ ਤੁਹਾਡੀ ਪ੍ਰੋਸੈਸਿੰਗ ਹੈ ਜਿਹੜੀ ਕਲਾਊਡ ਤੇ ਹੋਣੀ ਹੈ। ਤਾਂ ਇਹ ਜਿਹੜਾ ਕ੍ਰੋਮ OS ਹੈ GUI ਬੇਸਡ ਹੈ, ਯਾਨੀ ਕਿ ਗ੍ਰਾਫਿਕਲ ਯੂਜ਼ਰ ਇੰਟਰਫੇਸ ਬੇਸਡ ਹੈ, ਠੀਕ ਹੈ। ਉਵੇਂ ਹੀ ਕੈਟਲੀਨਾ ਹੈ ਜਿਹੜਾ, ਇਹ ਮੈਕ OS ਵਰਜ਼ਨ ਦਾ ਹੀ ਮੈਕ ਆਪਰੇਟਿੰਗ ਸਿਸਟਮ ਬੇਸਡ ਹੀ ਹੈ, ਰਿਲੀਜ਼ਡ ਬਾਈ ਐਪਲ 2019। ਇਹ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ, ਮੈਨੂੰ ਲੱਗਦਾ ਸ਼ਾਇਦ ਇਹ ਮੈਂ ਦੱਸਣਾ ਭੁੱਲ ਗਿਆ ਸੀ ਜਦੋਂ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਦੇਖਿਆ ਸੀ ਨਾ, ਸੋਸ਼ਲ ਮੀਡੀਆ ਐਪਲੀਕੇਸ਼ਨਾਂ
ਉੱਥੇ ਮੈਂ ਐਪਲ ਤੁਹਾਨੂੰ ਕਰਾਇਆ ਸੀ, ਪਰ ਕੈਟਲੀਨਾ ਮੈਨੂੰ ਯਾਦ ਨਹੀਂ ਆ ਰਿਹਾ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਨਹੀਂ। ਤਾਂ ਇਹ ਵੀ ਇੱਕ GUI ਬੇਸਡ ਆਪਣੇ ਕੋਲੇ ਆਪਰੇਟਿੰਗ ਸਿਸਟਮ, ਠੀਕ ਆ। ਤਾਂ ਹੁਣ ਪਹਿਲੇ ਦੋ ਤਾਂ ਕੱਟੇ ਗਏ, ਵਿੰਡੋ XP ਵੀ ਨਹੀਂ ਹੈ, ਤਾਂ ਹੁਣ CLI ਨੂੰ TUI ਵੀ ਬੋਲਦੇ ਨੇ, ਟੈਕਸਟ ਬੇਸ ਯੂਜ਼ਰ ਇੰਟਰਫੇਸ ਵੀ ਬੋਲਿਆ ਜਾਂਦਾ, ਕਈ ਵਾਰੀ ਐਬਰੀਵੇਸ਼ਨ ਪੁੱਛ ਲੈਂਦਾ। ਕਹਿੰਦਾ ਇਟ ਇਜ਼ ਅ ਮੈਥਡ ਆਫ ਇੰਟਰੈਕਟਿੰਗ ਵਿਦ ਕੰਪਿਊਟਰ ਔਰ ਸੌਫਟਵੇਅਰ ਥਰੂ ਟੈਕਸਟ ਬੇਸਡ ਕਮਾਂਡਸ ਐਂਟਰਡ ਇਨ ਕਮਾਂਡ ਲਾਈਨ ਇੰਟਰਪ੍ਰੀਟਰ ਔਰ ਸ਼ੈਲ। ਇੱਕ ਐਡੀਟਰ ਹੁੰਦਾ ਹੈ ਜਾਂ ਉਹਨੂੰ ਇੰਟਰਪ੍ਰੀਟਰ ਕਹਿ ਸਕਦੇ ਆ, ਜਾਂ ਇੱਕ ਸ਼ੈਲ ਹੁੰਦਾ, ਉਹਦੇ ਚ ਕਮਾਂਡਸ ਲਿਖਦੇ ਆ ਤੇ ਆਪਰੇਟਿੰਗ ਸਿਸਟਮ ਉਹ ਕਮਾਂਡਸ ਨੂੰ ਇੰਟਰਪ੍ਰੀਟ ਕਰਕੇ ਉਹ ਵਾਲਾ ਕੰਮ ਜਿਹੜਾ ਅਸੀਂ ਕਰਾਉਣਾ ਚਾਹੁੰਦੇ ਉਹ ਕਰ ਦਿੰਦਾ। ਇਨ CLI ਯੂਜ਼ਰ ਐਂਟਰ ਕਮਾਂਡ ਯੂਜ਼ਿੰਗ ਕੀਬੋਰਡ ਐਂਡ ਕਮਾਂਡ ਰਿਸਪੌਂਡ ਵਿਦਨ ਟੈਕਸਟ ਬੇਸਡ ਆਊਟਪੁੱਟ। ਕਹਿੰਦਾ ਕਮਾਂਡ ਦੇ ਬੇਸ ਤੇ ਟੈਕਸਟ ਬੇਸਡ ਆਊਟਪੁੱਟ ਸਾਨੂੰ ਸਕਰੀਨ ਤੇ ਸ਼ੋ ਕੀਤੀ ਜਾਂਦੀ ਹੈ, ਹਨਾ। ਤਾਂ ਹੁਣ ਆਪਾਂ ਐਗਜ਼ਾਮਪਲਾਂ ਦੇਖ ਲਈਏ ਵੀ CLI ਬੇਸਡ ਆਪਰੇਟਿੰਗ ਸਿਸਟਮ ਕਿਹੜੇ ਕਿਹੜੇ ਨੇ। ਜਿਵੇਂ ਯੂਨਿਕਸ ਦੇ ਕੁਝ ਫਲੇਵਰ ਨੇ, ਜਿਵੇਂ ਲਾਈਨਿਕਸ ਹੈ, ਲਾਈਨਿਕਸ ਦੇ ਵੀ ਫਰਦਰ ਫਲੇਵਰ ਨੇ, ਉਬੰਟੂ ਹੋ ਗਿਆ, ਸੈਂਟੋਸ ਹੋ ਗਿਆ, ਡੇਬੀਅਨ, ਫਿਡੋਰਾ, ਇਹ ਸਾਰੇ ਆਪਰੇਟਿੰਗ ਸਿਸਟਮ ਕਿਹੜੇ ਨੇ, ਇਹ CLI ਬੇਸਡ ਨੇ। ਜਿਵੇਂ ਮੈਕ OS ਹੈ ਬੇਸਡ ਔਨ BSD ਯੂਨਿਕਸ, ਫ੍ਰੀ BSD ਹੋ ਗਿਆ, ਓਪਨ BSD, ਨੈਟ BSD ਹੋ ਗਿਆ, ਇਹ ਸਾਰੇ ਆਪਰੇਟਿੰਗ ਸਿਸਟਮ ਯੂਨਿਕਸ ਦੇ ਫਲੇਵਰ ਨੇ। ਕਾਹਦੇ ਤੇ ਨੇ ਇਹ? ਕਮਾਂਡ ਲਾਈਨ ਇੰਟਰਫੇਸ ਨੇ। ਮਾਈਕਰੋਸੌਫਟ ਦਾ MS DOS ਹੋ ਗਿਆ, ਹਨਾ। ਕੁਝ ਹੋਰ ਸਰਵਰ ਬੇਸਡ ਨੇ, ਜਿਵੇਂ ਵਿੰਡੋ ਸਰਵਰ ਕੋਰ, ਵਿੰਡੋਜ਼ ਨੈਨੋ ਸਰਵਰ ਹੋ ਗਿਆ, IBM AIX ਹੋ ਗਿਆ, IBM ਦਾ, HP ਦਾ UX ਹੋ ਗਿਆ, ਸੋਲਰੀਜ਼ ਹੋ ਗਿਆ। ਜਿਵੇਂ ਪਹਿਲਾਂ ਇਹਨੂੰ ਸਨ OS ਕਿਹਾ ਜਾਂਦਾ ਸੀ, ਓਪਨ ਸਿਸਟਮ 360 ਜਿਹੜਾ ਪਹਿਲਾ ਆਪਰੇਟਿੰਗ ਸਿਸਟਮ ਸੀ, ਹਨਾ, IBM ਦਾ। ਸੋ ਇਹ ਆਪਾਂ ਕਹਿ ਸਕਦੇ ਹਾਂ ਵੀ ਸਾਰੇ ਨੇ ਜਿਹੜੇ CLI ਬੇਸਡ ਆਪਰੇਟਿੰਗ ਸਿਸਟਮ ਨੇ, ਤੁਸੀਂ ਯਾਦ ਕਰ ਲੈਣੇ ਨੇ, ਹਨਾ। ਤਾਂ ਫਿਰ ਇਹਦਾ ਆਨਸਰ ਹੋ ਜਾਊਗਾ MS DOS। ਅਗਲਾ ਸਵਾਲ ਹੈਗਾ, ਕਹਿੰਦਾ ਵਿੱਚ ਟੈਬ ਇਨ MS 365 ਲੈਟਸ ਐਡ ਕਮੈਂਟਸ ਔਰ ਰਨ ਸਪੈਲ ਚੈੱਕ। ਕਹਿੰਦਾ ਵੀ MS 365 ਦੇ ਵਿੱਚ ਕਿਹੜੀ ਟੈਬ ਕਹਿੰਦਾ ਅਲਾਉ ਕਰਦੀ ਹੈ ਵੀ ਕਮੈਂਟ ਤੇ ਸਪੈਲਿੰਗ ਚੈਕਿੰਗ ਆਪਾਂ ਐਡ ਕਰ ਦਈਏ। ਤਾਂ ਇਹ ਰਿਵਿਊ ਆਨਸਰ ਹੁੰਦਾ। ਆ ਦੇਖੋ, ਰਿਵਿਊ ਦੇ ਵਿੱਚ ਸਪੈਲਿੰਗ ਚੈਕਿੰਗ ਵੀ ਹੈ, ਕਮੈਂਟ ਵੀ ਆਪਾਂ ਐਡ ਕਰ ਸਕਦੇ ਹਾਂ, ਠੀਕ ਹੈ। 365 ਵੀ ਕਹਿ ਲਓ ਵੀ ਆਪਾਂ ਮਾਈਕਰੋਸੌਫਟ ਦਾ ਹੀ ਪ੍ਰੋਡਕਟ ਹੈ, ਜਸਟ ਲਾਈਕ ਇਹ MS ਆਫਿਸ 2019 ਵਰਗਾ ਹੀ ਹੈ, ਤੇ ਆਲਮੋਸਟ ਸੇਮ ਹੀ ਫੀਚਰ ਨੇ ਇਹਦੇ ਵਿੱਚ, ਠੀਕ ਹੈ। ਉਹਦਾ ਆਨਸਰ ਹੈ ਰਿਵਿਊ। ਅਗਲਾ, ਇਹ ਵੀ ਬੜਾ ਸੋਹਣਾ ਸਵਾਲ ਸੀਗਾ, ਇਹ ਆਪਾਂ ਨਹੀਂ ਕੀਤਾ ਹੋਇਆ ਪਹਿਲਾਂ, ਮੈਨੂੰ ਲੱਗਦਾ ਸ਼ਾਇਦ ਤੁਸੀਂ ਵੀ ਨਾ ਕੀਤਾ ਹੋਵੇ, ਕਿਉਂਕਿ ਇੰਨਾ ਡੀਪ ਦੇ ਵਿੱਚ ਉਹਨੇ ਕਦੇ ਸਵਾਲ ਪੁੱਛੇ ਨਹੀਂ ਅੱਜ ਤੱਕ, ਪਰ ਉਹਨੇ ਪੁੱਛਿਆ ਤਾਂ ਆਪਾਂ ਫਿਰ ਹੁਣ ਚੰਗੀ ਤਰ੍ਹਾਂ ਕਰਾਂਗੇ ਇਹਨੂੰ, ਹਨਾ। ਕਹਿੰਦਾ ਡਿਫਾਲਟ ਕਾਲਮ ਹਾਈਟ ਆਫ ਸੈੱਲ ਇਨ ਐਕਸਲ। ਐਕਸਲ ਦੇ ਵਿੱਚ ਸੈੱਲ ਦੀ ਹਾਈਟ ਕਿੰਨੀ ਹੁੰਦੀ ਹੈ? ਆਪਾਂ ਕਰਕੇ ਦੇਖ ਲੈਂਦੇ ਹਾਂ, ਥੋੜਾ ਜਿਹਾ ਤੁਹਾਨੂੰ ਆਈਡੀਆ ਹੋ ਜਾਊਗਾ। ਐਕਸਲ ਆਪਾਂ ਖੋਲਦੇ ਹਾਂ, ਇਹ ਐਕਸਲ ਆ ਸੈੱਲ ਇੱਕ, ਇਹਦੀ ਹਾਈਟ ਇੱਕ ਆ, ਉੱਪਰ ਨੂੰ ਹਾਈਟ ਹੈ, ਇੱਧਰ ਨੂੰ ਵਿਡਥ ਹੈ। ਤਾਂ ਜੇ ਆਪਾਂ ਹੋਮ ਦੇ ਵਿੱਚ ਜਾਵਾਂਗੇ, ਫਾਰਮੈਟ ਦੇ ਵਿੱਚ ਜਾਂਦੇ ਆ, ਫਾਰਮੈਟ ਦੇ ਵਿੱਚ ਆਪਾਂ ਰੋ ਹਾਈਟ, ਆ ਦੇਖੋ ਰੋ ਹਾਈਟ ਦੇਖਦੇ ਆ ਤਾਂ 15, ਠੀਕ ਹੈ। 15 ਯੂਨਿਟ ਕੋਈ ਵੀ ਹੋ ਸਕਦੇ ਨੇ, ਜਿਹੜੇ ਵੀ ਯੂਨਿਟ ਫੋਲੋ ਕਰਦਾ। ਬਾਈ ਡਿਫਾਲਟ ਯੂਨਿਟ ਜਿਹੜੇ ਹੁੰਦੇ ਨੇ ਉਹ ਆਪਾਂ ਇੱਥੋਂ ਚੈੱਕ ਕਰ ਸਕਦੇ ਹਾਂ। ਆਪਸ਼ਨ ਦੇ ਵਿੱਚ ਜਾ ਕੇ ਆਪਾਂ ਐਡਵਾਂਸ ਦੇ ਵਿੱਚੋਂ ਜਾ ਕੇ ਆਪਾਂ ਦੇਖ ਸਕਦੇ ਹਾਂ, ਜਿਵੇਂ ਇੱਥੇ ਜੇ ਲੱਭ ਲੈਣਾ ਯੂਨਿਟ ਹੁੰਦੇ ਨੇ ਚੇਂਜ ਕਰਨ ਵਾਲੇ, ਡਿਫਾਲਟ ਯੂਨਿਟਸ, ਆ ਦੇਖੋ ਇੰਚਸ ਹੋ ਸਕਦੇ ਨੇ, ਸੈਂਟੀਮੀਟਰ ਹੋ ਸਕਦੇ ਨੇ, ਮਿਲੀਮੀਟਰ ਹੋ ਸਕਦੇ ਨੇ, ਠੀਕ ਹੈ। ਡਿਫਾਲਟ ਮੈਨੂੰ ਲੱਗਦਾ ਸ਼ਾਇਦ, ਮੈਨੂੰ ਹੁਣ ਯਾਦ ਨਹੀਂ ਪ੍ਰੋਪਰ ਵੀ ਡਿਫਾਲਟਸ ਇੰਚਸ ਹੀ ਹੁੰਦਾ, ਇੰਚਸ ਤਾਂ ਬਹੁਤ ਵੱਡੇ ਹੋ ਜਾਂਦੇ ਹੋਣਗੇ, ਆਪਾਂ ਚੇਂਜ ਕਰਕੇ ਦੇਖ ਲੈਂਦੇ ਹਾਂ ਇੱਥੋਂ ਡਿਫਾਲਟਸ ਨੂੰ। ਕਈ ਵਾਰੀ ਡਿਫਾਲਟਸ ਵੀ ਪੁੱਛ ਲੈਂਦਾ, ਵਰਡ ਦੇ ਵਿੱਚ ਤਾਂ ਸੈਂਟੀਮੀਟਰ ਹੁੰਦੇ ਨੇ। ਇਹ ਆਪਾਂ ਗੱਲ ਕਰ ਰਹੇ ਹਾਂ ਐਕਸਲ ਦੀ, ਐਕਸਲ ਦੇ ਵਿੱਚ ਇਹ ਯੂਨਿਟਸ ਨੇਗੇ ਜਿਹੜੇ ਚੇਂਜ ਹੋ ਜਾਣਗੇ, ਹਨਾ। ਸੋ ਇਹਨੂੰ ਆਪਾਂ ਜੇ ਇੰਚਸ ਕਰਾਂਗੇ ਤਾਂ ਫਿਰ ਦੇਖਦੇ ਹਾਂ ਕੀ ਫਰਕ ਪੈਂਦਾ। ਹਾਂ, ਫਿਲਹਾਲ ਤਾਂ ਕੋਈ ਵੀ ਫਰਕ ਨਹੀਂ ਪਿਆ ਮੈਨੂੰ ਲੱਗਦਾ। ਤਾਂ ਇੰਚ ਤਾਂ ਨਹੀਂ ਹੋ ਸਕਦਾ ਇੰਨਾ, 11 ਇੰਚ ਦਾ, ਹਨਾ, 15 ਇੰਚ ਦਾ, ਇੰਚ ਤੋਂ ਤਾਂ ਜ਼ਿਆਦਾ ਸਪੇਸ ਹੁੰਦੀ ਹੈ। ਚਲੋ ਡਿਫਾਲਟ ਵਾਲਾ ਆਪਾਂ ਹਜੇ ਛੱਡਦੇ ਹਾਂ, ਤੇ ਅਗਰ ਤੁਹਾਨੂੰ ਕੋਈ ਪਤਾ ਲੱਗਿਆ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਡਿਫਾਲਟ ਇਹਦੇ ਵਿੱਚ ਕਿਹੜੇ ਹੁੰਦੇ ਨੇ, ਨਹੀਂ ਤਾਂ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਕਰ ਲਾਂਗੇ। ਵੈਸੇ ਕਰਨ ਨੂੰ ਤਾਂ ਬਹੁਤ ਕੁਛ ਹੈ, ਹਨਾ, ਪਰ ਉਹਨੇ ਪੁੱਛਿਆ ਨਹੀਂ, ਇਸ ਕਰਕੇ ਆਪਾਂ ਨਹੀਂ ਕਰਦੇ। ਤਾਂ ਫਾਰਮੈਟ ਤਾਂ ਰੋ ਹਾਈਟ ਦੀ ਜੇ ਗੱਲ ਕਰੀਏ ਤਾਂ 15, ਤਾਂ ਹਾਈਟ 15। ਉਵੇਂ ਹੀ ਆਪਾਂ ਗੱਲ ਕਰਦੇ ਹਾਂ ਕਾਲਮ ਵਿਡਥ, ਤਾਂ ਵਿਡਥ ਹੁੰਦੀ ਹੈ 8.43। ਤਾਂ ਮੈਨੂੰ ਲੱਗਦਾ ਤੁਹਾਨੂੰ ਗੱਲ ਕਲੀਅਰ ਹੋ ਗਈ ਹੋਣੀ ਹੈ। ਜਿਹੜੇ ਬੱਚਿਆਂ ਦਾ ਪੇਪਰ ਸੀਗਾ ਇਹ
ਹਾਈਟ ਤੁਹਾਨੂੰ ਉੱਥੇ 15 ਦੇਖਣ ਨੂੰ ਮਿਲਿਆ ਹੋਣਾ। ਤਾਂ ਆਪਾਂ ਨੂੰ ਜੇ ਪੁੱਛ ਲਏ ਵੀ ਕਿੱਥੇ ਹੁੰਦਾ ਇਹ, ਹੋਮ ਟੈਬ ਦੇ ਵਿੱਚ ਜਾ ਕੇ ਫਾਰਮੈਟ ਜਾਂ ਸੈੱਲ ਵਾਲੇ ਸੈਕਸ਼ਨ ਦੇ ਵਿੱਚ, ਸੈੱਲ ਸੈਕਸ਼ਨ ਦੇ ਵਿੱਚ ਫਾਰਮੈਟ ਸਬ ਸੈਕਸ਼ਨ ਦੇ ਅੰਡਰ ਹੁੰਦਾ ਹੈ ਨਾ। ਤਾਂ ਜੇ ਆਪਾਂ ਗੱਲ ਕਰੀਏ ਹਾਈਟ 15 ਹੁੰਦੀ ਹੈ ਤੇ ਵਿਡਥ ਜਿਹੜੀ ਹੁੰਦੀ ਹੈ 8.43। ਤਾਂ 15 ਪੁਆਇੰਟ ਨੇ ਜਿਹੜੇ, ਯੂਨਿਟ ਕੋਈ ਵੀ ਹੋ ਸਕਦੇ ਨੇ, 15 ਪੁਆਇੰਟ ਕਹਿ ਸਕਦੇ ਆਪਾਂ, ਪੁਆਇੰਟ ਦੇ ਵਿੱਚੋਂ ਸੈਂਟੀਮੀਟਰ ਲਗਾ ਲਓ, ਮਿਲੀਮੀਟਰ ਲਗਾ ਲਓ, ਇੰਚਸ ਲਗਾ ਲਓ। ਤਾਂ ਇਹ 15 ਪੁਆਇੰਟ ਅਪਰੋਕਸੀਮੇਟਲੀ 20 ਪਿਕਸਲ ਦੇ ਬਰਾਬਰ ਹੁੰਦਾ, 20 ਪਿਕਸਲ ਦੇ, ਹੈ ਨਾ। ਸੋ ਸਿਮਿਲਰਲੀ ਜਿਹੜੇ 8.43 ਕਰੈਕਟਰਸ ਹੁੰਦੇ ਨੇ, ਵਿਡਥ ਹੁੰਦੀ ਹੈ ਸੈੱਲ ਦੀ, ਤਾਂ ਇਹ 64 ਪਿਕਸਲ ਦੇ ਬਰਾਬਰ ਹੁੰਦੀ ਹੈ, ਜਿਹੜਾ ਡਿਫਾਲਟ ਸਾਈਜ਼ ਹੁੰਦਾ। ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਵਧਾ ਘਟਾ ਨਹੀਂ ਸਕਦੇ, ਤੁਸੀਂ ਸਾਈਜ਼ ਨੂੰ ਆਪਾਂ ਵਧਾ ਘਟਾ ਸਕਦੇ। ਕਲੀਅਰ ਹੋਈ ਗੱਲ। ਸੋ ਇਹ ਵੀ ਵਧੀਆ ਸਵਾਲ ਸੀ। ਅਗਲਾ ਕੁਐਸਚਨ ਹੈਗਾ ਬਟ ਲੈਟਸ ਯੂਜ਼ਰ ਟੂ ਰਨ ਪ੍ਰੋਗਰਾਮ ਇਨ ਦੀ ਫਾਰਮ ਆਫ ਆਈਕਨ ਮੈਨੂ ਵਿਜ਼ੂਅਲ ਆਪਸ਼ਨ। ਇਹ ਵੀ ਬੜਾ ਵਧੀਆ ਕੁਐਸਚਨ ਸੀਗਾ। ਮਾਊਸ, ਜੋਇਸਟਿਕ, ਕੀਬੋਰਡ ਤੇ ਗ੍ਰਾਫਿਕਲ ਯੂਜ਼ਰ ਇੰਟਰਫੇਸ। ਇਹ ਦੇਖੋ ਇੱਕੋ ਜਿਹੇ ਸਵਾਲ ਆ ਗਏ, ਇੱਕ CLI ਤੇ ਆ ਗਿਆ, ਕੀ GUI ਤੇ ਆ ਗਿਆ, ਹਨਾ। ਤੇ ਇਹ ਵੀ ਚੀਜ਼ਾਂ ਆਪਾਂ ਡਿਟੇਲ ਦੇ ਵਿੱਚ ਕੀਤੀਆਂ ਹੋਈਆਂ ਨੇ। ਕਈ ਵਾਰੀ ਸਟੂਡੈਂਟਸ ਨੂੰ ਇਹ ਲੱਗਦਾ ਵੀ ਅਸੀਂ ਤਾਂ ਉਹੀ ਕੰਮ ਕਰਨਾ ਜਿਹੜਾ ਪੁੱਛਿਆ ਗਿਆ, ਜਿਹੜਾ ਪੁਰਾਣੇ ਸਵਾਲਾਂ ਦੇ ਵਿੱਚ ਪੁੱਛਿਆ, ਵੀ ਅਸੀਂ ਜ਼ਿਆਦਾ ਡਿਟੇਲ ਨਹੀਂ ਪੜ੍ਹਨੀ। ਪਰ ਆਪਾਂ ਤੁਹਾਨੂੰ ਹਮੇਸ਼ਾ ਹੀ ਕਹਿੰਦੇ ਆ ਵੀ ਕਦੇ ਵੀ ਇਸ ਚੀਜ਼ ਵੱਲ ਨਹੀਂ ਜਾਣਾ ਚਾਹੀਦਾ ਸਾਨੂੰ, ਵੀ ਮੋਟਾ ਮੋਟਾ ਪੜ੍ਹ ਲਿਆ ਵੀ ਠੀਕ ਹੈ ਇਹਦੇ 'ਚ ਪੇਪਰ ਆਉਣਾ ਚਾਹੀਦਾ, ਹੈ ਨਾ। ਸੋ ਆਪਾਂ ਨੂੰ ਡਿਟੇਲ ਦੇ ਵਿੱਚ ਪੜ੍ਹਨਾ ਚਾਹੀਦਾ, ਪੂਰੀ ਮਤਲਬ ਕਹਿ ਲਓ ਵੀ ਤਹਿ ਤੱਕ ਜਾਣਾ ਚਾਹੀਦਾ। ਕੁਛ ਚੀਜ਼ਾਂ ਦਾ ਸਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਗੂਗਲ ਸਰਚ ਕਰ ਸਕਦੇ ਹੋ, ਹੈ ਨਾ। ਤਾਂ ਜੇ ਅਸੀਂ ਡਿਟੇਲ ਦੇ ਵਿੱਚ ਜਾਵਾਂਗੇ ਫਿਰ ਸਾਡਾ ਕੋਈ ਵੀ ਸਵਾਲ ਕਹਿ ਲਓ ਵੀ ਅੜਦਾ ਨਹੀਂ ਹੈ। ਤਾਂ ਮੇਰੀ ਆਦਤ ਹੈ ਵੈਸੇ ਹੀ, ਮੈਂ ਨਾ ਪੜ੍ਹਨਾ ਵੀ ਮੈਨੂੰ ਐਵੇਂ ਵਧੀਆ ਲੱਗਦਾ ਵੀ ਕੋਈ ਇਨਫੋਰਮੇਸ਼ਨ ਅਸੀਂ ਕਿਤੋਂ ਲੈ ਰਹੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਸਵਾਲ ਪੁੱਛਦੇ ਹਾਂ। ਮੈਂ ਹੁਣ ਤੁਹਾਡੇ ਕੋਲੇ ਡੇਟਾ ਲੈ ਕੇ ਆਉਣ ਤੋਂ ਪਹਿਲਾਂ ਮੇਰੇ ਆਪ ਦੇ ਕੁਝ ਸਵਾਲ ਹੁੰਦੇ ਨੇ। ਜੇ ਪਹਿਲਾਂ ਆਪਾਂ ਆਪਣੇ ਆਪ ਨੂੰ ਸੈਟੀਸਫਾਈ ਨਹੀਂ ਕਰ ਸਕਦੇ ਤਾਂ ਮੈਂ ਤੁਹਾਨੂੰ ਸੈਟੀਸਫਾਈ ਕਿੱਥੋਂ ਕਰ ਦੂੰਗਾ, ਹੈ ਨਾ। ਤਾਂ ਪਹਿਲਾਂ ਜ਼ਰੂਰੀ ਇਹ ਹੁੰਦਾ ਵੀ ਪਹਿਲਾਂ ਅਸੀਂ ਕੋਈ ਵੀ ਚੀਜ਼ ਕਰ ਰਹੇ ਹਾਂ ਤਾਂ ਉੱਥੇ ਸਾਡੇ ਦਿਮਾਗ ਦੇ ਵਿੱਚ ਕੁਐਸਚਨ ਆਉਣੇ ਚਾਹੀਦੇ ਨੇ। ਜਿਵੇਂ ਪਿਛਲੇ ਸਵਾਲ ਤੇ ਲੈ ਲਈਏ, ਉਹਨੇ ਸਵਾਲ ਪੁੱਛ ਲਿਆ ਹਾਈਟ ਤੇ, ਤਾਂ ਮੇਰੇ ਦਿਮਾਗ ਦੇ ਵਿੱਚ ਆਇਆ ਜੇ ਹਾਈਟ ਪੁੱਛ ਸਕਦਾ ਤਾਂ ਅਗਲੀ ਵਾਰੀ ਵਿਡਥ ਵੀ ਪੁੱਛ ਸਕਦਾ। ਮੈਂ ਤੁਹਾਨੂੰ ਕੱਲੀ ਹਾਈਟ ਦੱਸ ਦਿੰਦਾ ਵੀ 15 ਹੈ, ਤਾਂ ਤੁਹਾਨੂੰ ਵੀ ਤੁਹਾਡੇ ਮਨ 'ਚ ਵੀ ਹੋਣਾ ਸੀਗਾ ਯਾਰ ਵਿਡਥ ਵੀ ਦੱਸ ਦੇਣੀ ਸੀ, ਤੁਸੀਂ ਕਮੈਂਟ ਕਰੀ ਜਾਣਾ ਸੀ, ਹੈ ਨਾ। ਤਾਂ ਐਵੇਂ ਹੀ ਤੁਸੀਂ ਬਾਕੀ ਦੇ ਜਿਹੜੇ ਸਬਜੈਕਟਸ ਨੇ ਜਦੋਂ ਆਪਾਂ ਉਹਨਾਂ ਦੀ ਤਿਆਰੀ ਕਰਦੇ ਹਾਂ, ਨੋ ਡਾਊਟ ਹੁਣ ਪੇਪਰ ਦੇ ਨੇੜੇ ਜਾ ਕੇ ਸਮਾਂ ਥੋੜਾ ਹੁੰਦਾ, ਹੁਣ ਤਾਂ ਨਹੀਂ ਚਲੋ ਆਪਾਂ ਕਰ ਸਕਦੇ, ਹੈ ਨਾ। ਪਰ ਜਦੋਂ ਤੁਸੀਂ ਤਿਆਰੀ ਆਪਾਂ ਡਿਟੇਲ ਦੇ ਵਿੱਚ ਕਰਨ ਬੈਠਦੇ ਹਾਂ ਤਾਂ ਉਦੋਂ ਘੱਟੋ ਘੱਟ ਜਦੋਂ ਤਿਆਰੀ ਕਰ ਰਹੇ ਹਾਂ, ਜਦੋਂ ਸਰਚ ਕਰਨ ਦਾ ਸਮਾਂ ਹੈ ਨਹੀਂ, ਤਾਂ ਨੋਟਬੁੱਕ ਤੇ ਲਿਖਣਾ ਜ਼ਰੂਰ ਚਾਹੀਦਾ ਵੀ ਸਾਨੂੰ ਆਹ ਚੀਜ਼ ਵੀ ਪਤਾ ਹੋਣੀ ਚਾਹੀਦੀ, ਆਹ ਵੀ ਪਤਾ ਹੋਣੀ ਚਾਹੀਦੀ, ਆਹ ਵੀ ਪਤਾ ਹੋਣੀ ਚਾਹੀਦੀ। ਜਾਂ ਤੁਸੀਂ ਜਿਵੇਂ UPSC ਦੇ ਐਸਪਾਇਰੈਂਟ ਕੈਂਡੀਡੇਟ ਦੇਖੇ ਹੋਣਗੇ ਨਾ ਤਿਆਰੀ ਕਰਦੇ, ਮੈਂ ਦੇਖੇ ਨੇ ਉਹ ਕਾਫੀ, ਉਹ ਬੰਦੇ ਬੜਾ ਨਿਚੋੜ ਕੱਢ ਕੇ ਤਿਆਰੀ ਕਰਦੇ ਨੇ ਚੀਜ਼ ਦੀ। ਤਾਂ ਕਿਉਂਕਿ ਸੌਖੀ ਤਿਆਰੀ, ਸਿੰਪਲ ਤਿਆਰੀ ਨਾਲ ਗੱਲ ਹੀ ਨਹੀਂ ਬਣਦੀ। ਤਾਂ ਕਰਕੇ ਆਪਾਂ ਨੂੰ ਕਹਿੰਦੇ ਨੇ ਵੀ PCS UPSC ਲੈਵਲ ਦੀ ਤਿਆਰੀ ਆਪਾਂ ਜੇ ਕਰਦੇ ਹਾਂ ਤਾਂ ਦੂਜੇ ਟੈਸਟ ਤਾਂ ਬੰਦੇ ਦੇ ਉਹੀ ਨਿਕਲ ਜਾਂਦੇ ਨੇ। ਉਹਦਾ ਕਾਰਨ ਕੀ ਹੈ ਕਿ ਉਹਦੇ ਪੜ੍ਹਨ ਦਾ ਤਰੀਕਾ ਬੰਦੇ ਦਾ ਵੱਖਰਾ ਹੋ ਜਾਂਦਾ। ਤਾਂ ਉੱਥੇ ਪੜ੍ਹਾਉਣ ਵਾਲੇ ਵੀ ਉਵੇਂ ਹੀ ਪੜ੍ਹਾਉਂਦੇ ਨੇ। ਤਾਂ ਇੱਥੇ ਹੁਣ ਟ੍ਰੈਂਡ ਚੱਲਿਆ ਹੋਇਆ ਵੀ ਬੰਦੇ ਥੋੜੀ ਜਿਹੀ ਸਸਤੀ ਮਸ਼ਹੂਰੀ ਭਾਲਣ ਦੇ ਚੱਕਰ ਦੇ ਵਿੱਚ ਬੰਦੇ ਦੱਸਣ ਲੱਗ ਜਾਂਦੇ ਨੇ ਵੀ ਆਹ ਦੇਖੋ ਜੀ ਸਾਡੇ ਕੰਟੈਂਟ ਦੇ ਵਿੱਚੋਂ ਆਇਆ ਹੈ, ਹਨਾ। ਤੇ ਜੇ ਕੋਈ ਡਿਟੇਲ 'ਚ ਪੜ੍ਹਾਉਂਦਾ ਫਿਰ ਉਹਨੂੰ ਬੰਦੇ ਕਹਿੰਦੇ ਨੇ ਵੀ ਦੇਖੋ ਜੀ ਐਂ ਤਾਂ ਹਰ ਬੰਦਾ ਹੀ ਪੜ੍ਹਾ ਰਿਹਾ, ਵੀ ਕਿੰਨਾ ਪੜ੍ਹਾ ਰਿਹਾ ਉਹਦੇ 'ਚ। ਸੋ ਮੈਂ ਹਮੇਸ਼ਾ ਹੀ ਇਸ ਚੀਜ਼ ਨੂੰ ਆਪਾਂ ਸਪੋਰਟ ਕਰਦੇ ਹਾਂ ਵੀ ਜਿਹੜਾ ਕੰਟੈਂਟ ਹੈਗਾ ਤੁਸੀਂ ਡਿਟੇਲ ਦੇ ਵਿੱਚ ਪੜ੍ਹੋ, ਤਾਂ ਤਿਆਰੀ ਆਪਣੇ ਆਪ ਹੀ ਖੁਦ ਹੁੰਦੀ ਜਾਂਦੀ ਆਪਣੀ, ਠੀਕ ਹੈ। ਤਾਂ ਜਿੰਨਾ ਡਿਟੇਲ ਦੇ ਵਿੱਚ ਪੜ੍ਹੋਗੇ ਉਨਾ ਹੀ ਜ਼ਿਆਦਾ ਆਪਾਂ ਨੂੰ ਇਹਦਾ ਪਲੱਸ ਪੁਆਇੰਟ ਹੁੰਦਾ ਇਨਫੋਰਮੇਸ਼ਨ ਦਾ। ਕਲੀਅਰ। ਤਾਂ ਯਾਦ ਇਹ ਨਹੀਂ ਸੋਚਣਾ ਵੀ ਇੰਨਾ ਯਾਦ ਕਿਵੇਂ ਰੱਖਾਂਗੇ, ਯਾਦ ਰੱਖਣ ਦੀ ਲੋੜ ਨਹੀਂ ਹੁੰਦੀ, ਆਪਸ਼ਨਾਂ ਐਲੀਮੀਨੇਟ ਹੋ ਜਾਂਦੀਆਂ ਨੇ। ਕਲੀਅਰ। ਤਾਂ ਹੁਣ ਜਿਵੇਂ ਸਵਾਲ ਸੀਗਾ ਇਹ ਗ੍ਰਾਫਿਕਲ ਯੂਜ਼ਰ ਇੰਟਰਫੇਸ ਦਾ, ਕਹਿੰਦਾ ਇਹ ਗ੍ਰਾਫਿਕਲ ਯੂਜ਼ਰ ਇੰਟਰਫੇਸ ਦੇ ਟਾਈਪ ਆਫ ਯੂਜ਼ਰ ਇੰਟਰਫੇਸ ਦੈਟ ਅਲਾਓ ਯੂਜ਼ਰ ਟੂ ਇੰਟਰੈਕਟ ਵਿਦ ਸੌਫਟਵੇਅਰ ਐਂਡ ਰਨ ਪ੍ਰੋਗਰਾਮ ਥਰੂ ਵਿਜ਼ੂਅਲ ਐਲੀਮੈਂਟ। ਕਹਿੰਦਾ ਵਿਜ਼ੂਅਲ ਜਿਹੜੇ ਦਿਖਦੇ ਹੁੰਦੇ ਨੇ, ਸੱਚ ਐਜ਼ ਆਈਕਨ ਹੋ ਸਕਦੇ ਨੇ, ਕੋਈ ਮੈਨੂ ਹੋ ਸਕਦਾ ਹੈ, ਕੋਈ ਹੋਰ ਵਿਜ਼ੂਅਲ ਆਪਸ਼ਨ ਹੋ ਸਕਦੀਆਂ ਨੇ। ਟੱਚ ਸਕਰੀਨ ਦੇ ਵਿੱਚ ਆਪਾਂ ਕਰਦੇ ਹਾਂ ਉਹਨੂੰ GUI ਬੋਲਦੇ ਨੇ। GUI provide more intuitive and user friendly way to interact with the computer and software compared to purely text based interface। text based ਦੇ ਵਿੱਚ ਸਾਨੂੰ ਕੋਡਿੰਗ ਕਹਿ ਲਓ ਜਾਂ ਟਾਈਪਿੰਗ ਕਰਨੀ ਪੈਣੀ, ਉਹਦੇ ਬੇਸ ਤੇ ਸਾਨੂੰ ਇੱਕ ਟੈਕਸਟ ਬੇਸ ਦੇ ਵਿੱਚ ਯੂਜ਼ਰ GUI ਦੇ ਵਿੱਚ ਇੱਕ ਆਈਕਨ ਪ੍ਰੈਸ ਕਰਾਂਗੇ ਤੇ ਨਾਲ ਦੀ ਨਾਲ ਸਾਡਾ ਕੰਮ ਹੋ ਜਾਊਗਾ। ਹਾਲਾਂਕਿ ਸਪੀਡ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸਪੀਡ ਫਾਸਟ ਹੁੰਦੀ ਹੈ CLI ਦੀ, ਤਾਂ ਇਹ ਵੀ ਯਾਦ ਰੱਖਣਾ। ਸਿਕਿਉਰਿਟੀ ਜ਼ਿਆਦਾ ਕਿਹਦੇ ਵਿੱਚ, ਚਲੋ ਮੈਂ ਪੁਆਇੰਟ ਸਾਰੇ ਕਲੀਅਰ ਕਰਾ ਦੇਣਾ। GUI can navigate and select option use in pointing, ਪਹਿਲਾਂ ਪੜ੍ਹ ਲਿਓ, ਚਲੋ ਉਹੀ ਚੀਜ਼ ਹੈ, ਹਨਾ। ਸੋ ਇੱਥੇ ਆਪਾਂ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਆਨਸਰ ਤਾਂ ਇਹਦਾ ਹੈਗਾ ਨਾ GUI। ਤਾਂ ਇਹ ਸਵਾਲ ਅੱਗੇ ਪੁੱਛਿਆ ਜਾ ਸਕਦਾ GUI
ਤੇ CLI ਦੇ ਵਿੱਚ। ਜੇ ਆਪਾਂ ਇਹਦੀ ਗੱਲ ਕਰੀਏ ਤਾਂ ਇਹ ਲੋ ਸਪੀਡ ਹੁੰਦਾ, ਇਹ ਹੁੰਦਾ ਹਾਈ ਸਪੀਡ। ਹੁਣ ਤੁਹਾਡੇ ਦਿਮਾਗ 'ਚ ਆਇਆ ਹੋਣਾ ਯਾਰ ਇਹ ਤਾਂ ਲੋ ਸਪੀਡ ਕਿਉਂ ਹੁੰਦਾ, ਕਿਉਂਕਿ GUI ਦੇ ਪਿੱਛੇ ਵੀ ਕੋਡਿੰਗ ਆ। ਪਹਿਲਾਂ GUI ਤੇ ਕਲਿੱਕ ਕਰਦੇ ਆ, ਫਿਰ ਕੋਡਿੰਗ ਹੁੰਦੀ ਹੈ, ਫਿਰ ਉਹ ਕੋਡਿੰਗ ਕਾਹਦੇ ਵਿੱਚ ਹੁੰਦੀ ਹੈ, ਟਰਾਂਸਲੇਟ ਹੁੰਦੀ ਹੈ। ਅਕਸਰ ਦੇ ਵਿੱਚ ਕੰਪਿਊਟਰ ਨੂੰ GUI ਥੋੜਾ ਸਮਝ ਆਊਗਾ, ਕੰਪਿਊਟਰ ਨੂੰ ਤਾਂ ਕੋਡਿੰਗ ਸਮਝ ਆਉਂਦੀ ਹੈ, ਤਾਂ ਕਰਕੇ CLI ਫਾਸਟਰ ਹੈ। ਤੇ ਜੇ ਸਿਕਿਉਰਿਟੀ ਦੀ ਗੱਲ ਕਰੀਏ ਤਾਂ ਇਹ ਲੈਸ ਸਿਕਿਉਰ ਆ, ਸਿਮਿਲਰਲੀ CLI ਹੈ ਜਿਹੜਾ ਹਾਈ ਸਿਕਿਉਰ ਹੈ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਨੇ, ਮੈਨੂੰ ਲੱਗਦਾ ਅਗਲੀ ਵਾਰੀ ਇਹ ਪੁੱਛੇ ਜਾ ਸਕਦੇ ਨੇ, ਕਿਉਂਕਿ 2 ਸਵਾਲ ਤਾਂ ਪੁੱਛ ਗਿਆ, ਹੋਰ ਤਾਂ ਪੁੱਛੂਗਾ ਨਹੀਂ CLI ਤੇ GUI ਦੇ ਵਿੱਚੋਂ। ਤੇ ਜੇ ਯੂਜ਼ਰ ਫਰੈਂਡਲੀ ਦੀ ਗੱਲ ਕਰੀਏ ਤਾਂ ਮੋਰ ਕਹਿ ਸਕਦੇ ਹਾਂ, ਮੋਰ ਯੂਜ਼ਰ ਫਰੈਂਡਲੀ, ਤੇ CLI ਹੁੰਦਾ ਜਿਹੜਾ ਲੈਸ ਯੂਜ਼ਰ ਫਰੈਂਡਲੀ। ਮੇਰੀ ਫੋਟੋ ਦੇ ਨੀਚੇ ਆ ਗਿਆ ਹੋਣਾ, ਚਲੋ ਤੁਹਾਨੂੰ ਸਮਝ ਆ ਗਿਆ, ਲੈਸ ਯੂਜ਼ਰ ਫਰੈਂਡਲੀ। ਯਾਦ ਰੱਖਣੇ ਇੰਪੋਰਟੈਂਟ ਨੇ ਪੁਆਇੰਟ, ਕਲੀਅਰ ਹੋਈ ਗੱਲ। ਸੋ ਅਗਲਾ ਸਵਾਲ ਕਹਿੰਦਾ ਲਾਰਜੈਸਟ ਪ੍ਰੋਫੈਸ਼ਨਲ ਨੈਟਵਰਕ, ਇਹ ਤਾਂ ਆਪਾਂ ਕਹਿ ਲਓ ਵੀ ਚੱਕਰ ਭੁੰਡੀਆਂ ਕੱਢੀਆਂ ਹੋਈਆਂ ਨੇ ਕਰਾ ਕੇ। ਇਹਦਾ ਪ੍ਰੋਫੈਸ਼ਨਲ ਸ਼ਬਦ ਆ ਗਿਆ ਤਾਂ ਲਿੰਕਡਇਨ ਹੈ, ਤੇ ਜੇ ਵੈਸੇ ਨਾਰਮਲ ਪੁੱਛ ਲਏ ਲਾਰਜੈਸਟ ਕਿਹੜਾ ਤਾਂ ਫੇਸਬੁੱਕ ਹੈ। ਫੇਸਬੁੱਕ ਦੇ ਅਪਰੋਕਸੀਮੇਟਲੀ 2.4 ਬਿਲੀਅਨ ਮੰਥਲੀ ਐਕਟਿਵ ਯੂਜ਼ਰ ਆਪਾਂ ਪੜ੍ਹੇ ਹੋਏ ਨੇ, ਤਾਂ ਇਹਦਾ ਆਨਸਰ ਫਿਰ ਲਿੰਕਡਇਨ ਆਊਗਾ। ਮੈਂ ਸਾਰਾ ਕਰਾਇਆ ਹੋਇਆ, ਇਹਦੀਆਂ ਆਪਾਂ PDF ਵੀ ਸ਼ੇਅਰ ਕੀਤੀਆਂ ਹੋਈਆਂ ਨੇ, ਉਹ ਤੁਸੀਂ ਦੇਖ ਸਕਦੇ ਹੋ ਜਾ ਕੇ, ਹਨਾ, ਟੈਲੀਗ੍ਰਾਮ ਚੈਨਲ ਤੋਂ ਤੁਹਾਨੂੰ ਮਿਲ ਜਾਣਗੀਆਂ। ਅਗਲਾ ਸਵਾਲ ਇਹ ਵੀ ਬੜਾ ਵਧੀਆ ਸਵਾਲ ਸੀ, ਪਹਿਲਾਂ ਨਹੀਂ ਪੁੱਛਿਆ ਉਹਨੇ, ਤਾਂ ਹੁਣ ਜੇ ਪੁੱਛਿਆ ਤਾਂ ਆਪਾਂ ਡੂੰਘਾ ਕਰਾਂਗੇ ਫਿਰ ਇਹਨੂੰ। ਕਹਿੰਦਾ ਵਟ ਟਾਈਪ ਆਫ ਸੌਫਟਵੇਅਰ ਯੂਜ਼ ਇਨ ਮੈਕ ਕੰਪਿਊਟਰ। ਬੱਚੇ ਨੇ ਇਹੀ 2 ਆਪਸ਼ਨਾਂ ਸੀਗੀਆਂ, ਹੋ ਸਕਦਾ ਕੁਝ ਇੱਥੇ ਵੀ ਕੁਝ ਹੋਰ ਹੋਵੇ ਤੇ ਇੱਥੇ ਵੀ ਹੋਰ ਹੋਵੇ, ਪਰ ਆਪਾਂ ਨੂੰ ਸਵਾਲ ਦੀ ਜੱਜਮੈਂਟ ਹੋਗੀ ਵੀ ਕੀ ਉਹਨੇ ਪੁੱਛਿਆ। ਕੀ ਕਹਿੰਦਾ ਸੌਫਟਵੇਅਰ ਨੋਟ ਹੁੰਦਾ ਕਿ ਕੀ ਨੋਟ ਹੁੰਦਾ, ਤਾਂ ਆਪਾਂ ਦੇਖ ਲੈਂਦੇ ਹਾਂ। ਸੌਫਟਵੇਅਰ ਔਨ ਮੈਕ ਸਿਮਿਲਰ ਫੰਕਸ਼ਨੈਲਿਟੀ ਦਿੰਦੇ ਨੇ ਜਿਹੜੇ ਮਾਈਕਰੋਸਾਫਟ ਆਫਿਸ ਦੀ ਤਰ੍ਹਾਂ ਤੇ ਜਾਂ MS ਆਫਿਸ ਦੀ ਤਰ੍ਹਾਂ ਤੇ, ਠੀਕ ਆ। So there are several alternative software options available from Mac OS। ਤੁਹਾਨੂੰ ਇਹ ਚੀਜ਼ ਵੀ ਪਤਾ ਵੀ ਮਾਈਕਰੋਸਾਫਟ ਦਾ ਆਪਣਾ ਆਪਰੇਟਿੰਗ ਸਿਸਟਮ ਹੈ, ਲਿਨਕਸ ਵਾਲਿਆਂ ਦਾ ਅਲੱਗ ਆ ਤੇ ਐਪਲ ਵਾਲਿਆਂ ਦਾ ਆਪਣਾ। ਐਪਲ ਵਾਲੇ ਮੈਕ ਵਰਤਦੇ ਨੇ ਜੇ ਆਪਾਂ ਡੈਸਕਟਾਪ ਦੀ ਗੱਲ ਕਰੀਏ, ਤੇ ਜੇ ਆਪਾਂ ਫੋਨ ਦੀ ਗੱਲ ਕਰੀਏ ਤਾਂ ਉਹ iOS ਚੱਲਦਾ ਉਹਨਾਂ ਦਾ, ਹਨਾ। ਸੋ ਮਾਈਕਰੋਸਾਫਟ ਆਫਿਸ ਹੈ ਜਿਹੜਾ, ਇਹ ਮਾਈਕਰੋਸਾਫਟ ਦਾ ਹੀ ਆ। ਤਾਂ ਜਿਹੜਾ ਐਪਲ ਹੈ, ਜੇ ਜੋ ਇਹਨਾਂ ਦਾ ਆਪਰੇਟਿੰਗ ਸਿਸਟਮ ਹੀ ਨਹੀਂ ਯੂਜ਼ ਕਰ ਰਹੇ, ਜੋ ਇਹਨਾਂ ਦਾ ਵਿੰਡੋ ਨਹੀਂ ਯੂਜ਼ ਕਰ ਰਹੇ, ਤਾਂ ਫਿਰ ਇਹਨਾਂ ਦਾ ਮਾਈਕਰੋਸਾਫਟ ਆਫਿਸ ਕਿਉਂ ਯੂਜ਼ ਕਰਨਗੇ। ਤਾਂ ਉਹਨਾਂ ਦਾ ਆਪਣਾ ਇੱਕ ਮਾਈਕਰੋਸਾਫਟ ਆਫਿਸ ਹੈ, ਹਾਲਾਂਕਿ ਉਹਨੂੰ ਮਾਈਕਰੋਸਾਫਟ ਆਫਿਸ ਨਹੀਂ ਕਿਹਾ ਜਾਂਦਾ, ਪਰ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਦਾ ਆਪਣਾ ਆਫਿਸ ਆ। ਮਾਈਕਰੋਸਾਫਟ ਨਾ ਕਹੋ, ਫਿਰ ਤਾਂ ਮਾਈਕਰੋਸਾਫਟ ਦਾ ਹੀ ਹੋ ਗਿਆ ਨਾ ਉਹ, ਤਾਂ ਆਪਾਂ ਉਹਨੂੰ ਕਹਿ ਸਕਦੇ ਹਾਂ ਉਹਨਾਂ ਦਾ ਆਪਣਾ ਇੱਕ ਆਫਿਸ ਹੈ, ਜਿਹਦਾ ਨਾਮ ਆਪਾਂ ਦੇਖਾਂਗੇ, ਜਿਹਦਾ ਨਾਮ ਹੈਗਾ ਐਪਲ iWork। ਤਾਂ ਕਈ ਵਾਰ ਇਹ ਪੁੱਛਿਆ ਜਾ ਸਕਦਾ। ਇਹਦੇ ਵਿੱਚ 3 ਚੀਜ਼ਾਂ ਹੁੰਦੀਆਂ ਨੇ। ਜੇ ਵਰਡ ਪ੍ਰੋਸੈਸਿੰਗ ਦੀ ਗੱਲ ਕਰੀਏ ਤਾਂ ਇਹਨੂੰ ਪੇਜਸ ਬੋਲ ਦਿੰਦੇ ਆ, ਤੇ ਸਪਰੈਡਸ਼ੀਟ ਜਿਹਨੂੰ ਆਪਾਂ ਐਕਸਲ ਬੋਲਦੇ ਆ ਮਾਈਕਰੋਸਾਫਟ ਦੇ ਵਿੱਚ, ਉਹਨੂੰ ਫਿਰ ਨੰਬਰਸ ਬੋਲ ਦਿੰਦੇ ਨੇ, ਤੇ ਪ੍ਰੈਜੈਂਟੇਸ਼ਨ ਜਿਹਨੂੰ ਪਾਵਰ ਪੁਆਇੰਟ ਬੋਲਦੇ ਆ ਆਪਾਂ, PPT, ਉਹ ਉੱਥੇ ਕੀ ਬੋਲਦੇ ਨੇ, ਕੀ ਨੋਟ। ਤਾਂ ਮੈਨੂੰ ਲੱਗਦਾ ਹੁਣ ਤੁਹਾਨੂੰ ਆਨਸਰ ਹੈ ਜਿਹੜਾ ਸਵਾਲ ਦਾ ਆਨਸਰ ਮਿਲ ਗਿਆ ਹੋਣਾ ਵੀ ਕੀ ਤਾਂ ਹੈ ਨਹੀਂ ਸੀ, ਕੀ ਨੋਟ ਜਿਹੜਾ ਆਨਸਰ ਸੀ। ਸੋ ਇਹਦੇ ਨਾਲ ਦੇ ਹੋਰ ਵੀ ਇਹ ਪੁਆਇੰਟ ਜਿਹਾ ਪੜ੍ਹਨਾ ਵੀ ਪ੍ਰੀ ਇੰਸਟਾਲਡ ਹੁੰਦਾ ਮੈਕਸ ਐਂਡ ਆਫਰ ਕੰਪੈਟੀਬਿਲਿਟੀ ਵਿਦ ਮਾਈਕਰੋਸਾਫਟ ਆਫਿਸ ਫਾਈਲ ਫਾਰਮੈਟ। ਦੋਨਾਂ ਦੇ ਵਿੱਚ ਕੰਪੈਟੀਬਿਲਿਟੀ ਪ੍ਰੋਵਾਈਡ ਕਰਦਾ ਵੀ ਜੇ ਤੁਸੀਂ ਫਾਈਲ ਕਹਿ ਲਓ ਵੀ ਆਪਣੇ ਲੈਪਟਾਪ 'ਚ ਮੈਕ ਚਲਾਈ ਹੈ, ਬਾਅਦ 'ਚ ਪ੍ਰਿੰਟ ਕਰਾਉਣ ਤੁਸੀਂ ਕਿਸੇ ਕੈਫੇ ਤੇ ਜਾਓਗੇ ਤਾਂ ਮਤਲਬ ਇਹ ਨਹੀਂ ਹੋਊਗਾ ਫਾਰਮੈਟ ਹੱਲ ਜੂਗਾ, ਤਾਂ ਉਹਦੇ ਨਾਲ ਕੰਪੈਟੀਬਿਲਿਟੀ ਫਾਰਮੈਟ ਪ੍ਰੋਵਾਈਡ ਕਰਦਾ। ਕੁਝ ਇਸ ਤੋਂ ਇਲਾਵਾ ਜਿਵੇਂ ਗੂਗਲ ਵਰਕਸ਼ੀਟ ਹੈ ਤਾਂ ਸਾਰਿਆਂ ਦੀ ਚੱਲ ਜਾਂਦਾ, ਇਹ ਆਨਲਾਈਨ ਚੱਲਦਾ। ਜੀ ਸੂਟ ਜਿਹਨੂੰ ਆਪਾਂ ਬੋਲਦੇ ਹਾਂ, ਗੂਗਲ ਡਰਾਈਵ ਦੇ ਵਿੱਚ ਗੂਗਲ ਵਰਕ ਸਪੇਸ ਆਪਾਂ ਕਹਿ ਸਕਦੇ ਹਾਂ, ਗੂਗਲ ਡਾਕਸ ਜਿਹਨੂੰ ਵਰਡ ਪ੍ਰੋਸੈਸਿੰਗ ਨੂੰ ਆਪਾਂ ਗੂਗਲ ਡਾਕਸ ਬੋਲਦੇ ਹਾਂ, ਸਪਰੈਡਸ਼ੀਟ ਨੂੰ ਗੂਗਲ ਸ਼ੀਟ, ਤੇ ਪ੍ਰੈਜੈਂਟੇਸ਼ਨ ਨੂੰ ਗੂਗਲ ਸਲਾਈਡਸ, ਕਿਉਂਕਿ ਉਹ ਆਪਣਾ ਨਾਮ ਕੰਪਨੀ ਦਾ ਵਰਤਦੇ ਨੇ, ਹਨਾ। ਦੁਬਾਰਾ ਫੇਰ ਆ ਗਿਆ, ਗੂਗਲ ਦਾ ਪੇਰੈਂਟ ਕੰਪਨੀ ਕਿਹੜੀ ਹੈ, ਕਮੈਂਟ ਕਰਕੇ, ਜਿਨ੍ਹਾਂ ਨੇ ਹਜੇ ਤੱਕ ਕਮੈਂਟ ਨਹੀਂ ਕਰਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਐ ਨਹੀਂ ਸੋਚਣਾ ਵੀ ਬਾਕੀਆਂ ਨੇ ਕਰ ਰੱਖਿਆ ਚਲੋ ਦੱਸ ਦਿੱਤਾ, ਤੁਸੀਂ ਆਪਣੇ ਲੈਵਲ ਤੇ ਖੁਦ ਦੱਸਿਓ। ਇਹ ਵੈਬ ਬਰਾਊਜ਼ਰ ਦੇ ਥਰੂ ਆਪਾਂ ਇਹਨਾਂ ਨੂੰ ਐਕਸੈਸ ਕਰ ਸਕਦੇ ਹਾਂ। ਕੁਝ ਇਸ ਤੋਂ ਇਲਾਵਾ ਲਿਬਰੇ ਆਫਿਸ ਹੈ, ਇਹ ਯਾਦ ਰੱਖਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਫਰੀ ਤੇ ਓਪਨ ਆਫਿਸ ਹੈ ਜਿਹੜਾ ਓਪਨ ਸੋਰਸ, ਫਰੀ ਤੇ ਓਪਨ ਸੋਰਸ ਆਫਿਸ ਸੂਟ ਹੈ ਜਿਹੜਾ ਲਿਬਰੇ ਆਫਿਸ ਹੈ। ਅਗਰ ਤੁਹਾਡਾ MS ਆਫਿਸ ਨਹੀਂ ਚੱਲ ਰਿਹਾ ਤਾਂ ਲਿਬਰੇ ਆਫਿਸ ਡਾਊਨਲੋਡ ਕਰ ਲਓ, ਕੋਈ ਪੈਸੇ ਨਹੀਂ ਮੰਗਦਾ। MS ਆਫਿਸ ਥੋੜੇ ਟਾਈਮ ਬਾਅਦ ਐਕਸਪਾਇਰ ਨਹੀਂ ਹੋ ਜਾਂਦਾ, ਉਹ ਕੀ ਮੰਗਣ ਲੱਗ ਜਾਂਦਾ। ਤਾਂ ਜੇ ਤੁਹਾਡੇ ਕੋਲੇ ਕਰੈਕਡ ਵਰਜ਼ਨ ਨਹੀਂ ਹੈਗਾ ਤਾਂ ਤੁਸੀਂ ਲਿਬਰੇ ਆਫਿਸ ਡਾਊਨਲੋਡ ਕਰ ਸਕਦੇ ਹੋ, 300-400 MB ਦਾ ਮੈਨੂੰ ਲੱਗਦਾ, ਤਾਂ ਬੜਾ ਕੰਮ ਇਹਦੇ ਨਾਲ ਵੀ ਸਾਡਾ ਠੀਕ ਹੋ ਜਾਂਦਾ। ਇਹਦੇ ਵਿੱਚ ਰਾਈਟਰ ਬੋਲਦੇ ਆ, ਕੈਲਸੀ ਬੋਲਦੇ ਆ, ਤੇ ਇੰਪ੍ਰੈਸ ਬੋਲਦੇ ਆ। ਇੰਪ੍ਰੈਸ ਹੁੰਦਾ ਪ੍ਰੈਜੈਂਟੇਸ਼ਨ, ਕੈਲਸੀ ਹੁੰਦਾ ਸਪਰੈਡਸ਼ੀਟ, ਤੇ ਰਾਈਟਰ ਹੁੰਦਾ ਵਰਡ ਪ੍ਰੋਸੈਸਿੰਗ।
ठीक है। फिर एक सॉफ्टवेयर ਹੁੰਦਾ WPS, ਇਹ ਵੀ ਸਿਮਿਲਰ ਹੁੰਦਾ, ਕ੍ਰਾਸ ਪਲੇਟਫਾਰਮ ਆਫਿਸ ਸੂਟ ਹੈ ਨਾ, ਰਾਈਟਰ ਸਪਰੈਡਸ਼ੀਟ ਤੇ ਪ੍ਰੈਜੈਂਟੇਸ਼ਨ। ਤੇ ਇੱਕ ਹੁੰਦਾ ਅਪਾਚੇ ਓਪਨ ਆਫਿਸ, ਇਹ ਵੀ ਯੂਜ਼ ਕੀਤਾ ਜਾਂਦਾ। ਸਾਰਿਆਂ ਦੇ ਨਾਮ ਯਾਦ ਰੱਖ ਲਿਓ, ਰਾਈਟਰ ਕੈਲਸੀ ਤੇ ਇੰਪ੍ਰੈਸ ਹੁੰਦਾ ਪ੍ਰੈਜੈਂਟੇਸ਼ਨ ਦੇ ਲਈ, ਇਹ ਵਰਤੇ ਜਾਂਦੇ ਨੇ। ਤਾਂ ਇਹਨਾਂ ਦੇ ਵਿੱਚੋਂ ਆਨਸਰ ਫਿਰ ਸੀਗਾ ਕੀ ਨੋਟ, ਜੇਕਰ ਉਹਨੇ ਇਹੀ ਪੁੱਛਿਆ ਹੋਇਆ। ਠੀਕ ਹੈ। ਅਗਲਾ ਸਵਾਲ ਹੈ, in which complex program in which नहीं dash is a complex program that searches document contacting a specified set of keywords। शायद ਮੈਨੂੰ ਲੱਗਦਾ ਲਿਖਣ 'ਚ ਥੋੜੀ ਬਹੁਤ containing a containing ਆਉਣਾ ਹੈ ਸ਼ਾਇਦ ਇੱਥੇ। dash is a complex program that searches documents containing a specified set of keywords। ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਵੈਬ ਸਰਚ ਜਾਂ ਸਰਚ ਇੰਜਨ ਜਾਂ ਵੈਬ ਬਰਾਊਜ਼ਰ ਇੱਕ ਕੰਪਲੈਕਸ ਪ੍ਰੋਗਰਾਮ ਹੋ ਸਕਦਾ ਹੈ। ਕਿਹੜਾ ਇਹਨਾਂ 'ਚ ਹੋ ਸਕਦਾ ਜਿਹੜਾ ਕੀ ਕਰਦਾ, ਡਾਕੂਮੈਂਟ ਨੂੰ ਸਰਚ ਕਰਦਾ, ਕੀ ਕੰਟੇਨ ਕੀਤੇ ਹੋਣ ਜਿਹਦੇ ਵਿੱਚ ਸੈੱਟ ਆਫ ਕੀਵਰਡਸ ਹੋਣ। ਤਾਂ ਆਪਾਂ ਨੂੰ ਪਤਾ ਹੈ ਵੀ ਆਪਾਂ ਆਪਣੇ ਕੰਪਿਊਟਰ ਤੇ ਜਦੋਂ ਕੁਝ ਸਰਚ ਕਰਨਾ ਹੁੰਦਾ, ਇੰਟਰਨੈਟ ਖੋਲਦੇ ਹਾਂ, ਪਹਿਲਾਂ ਨੈਟ ਚੱਲਦਾ ਹੋਣਾ ਚਾਹੀਦਾ ਹੈ ਨਾ, ਫਿਰ ਉਸ ਤੋਂ ਬਾਅਦ ਆਪਾਂ ਬਰਾਊਜ਼ਰ ਦੇ ਵਿੱਚ ਕੰਪਿਊਟਰ ਦੇ ਵਿੱਚ ਆਪਾਂ ਬਰਾਊਜ਼ਰ ਖੋਲਦੇ ਹਾਂ। ਤਾਂ ਬਰਾਊਜ਼ਰ ਚਾਹੇ ਤੁਸੀਂ ਗੂਗਲ ਕਰੋਮ ਯੂਜ਼ ਕਰਦੇ ਹੋ, ਚਾਹੇ ਆਪਾਂ ਮਾਈਕਰੋਸੌਫਟ ਐਜ ਯੂਜ਼ ਕਰਦੇ ਹਾਂ, ਚਾਹੇ ਮੋਜ਼ਿਲਾ ਫਾਇਰਫੌਕਸ ਹੈ, ਚਾਹੇ ਸਫਾਰੀ ਹੈ, ਚਾਹੇ UC ਹੈ ਨਾ, ਬਹੁਤ ਸਾਰੇ ਬਰਾਊਜ਼ਰ ਨੇ, ਕ੍ਰੋਮੀਅਮ ਵਰਗੇ ਹੋ ਗਏ। ਉਹ ਬਰਾਊਜ਼ਰ ਦੇ ਵਿੱਚ ਤੁਸੀਂ ਕੀਵਰਡ ਲਿਖਦੇ ਹੋ, ਜਿਵੇਂ ਤੁਸੀਂ ਲਿਖਤਾ ਬਾਈਨਰੀ ਇੰਸਟਰਕਟਰ ਹੈ ਨਾ, ਤਾਂ ਉਹ ਕੀਵਰਡ ਦੇ ਬੇਸਿਸ ਤੇ ਤੁਹਾਡੇ ਸਾਹਮਣੇ YouTube ਹੈ, Facebook ਹੈ, Instagram ਹੈ, ਸਾਰੇ ਪੇਜ ਤੁਹਾਡੇ ਸਾਹਮਣੇ ਲੈ ਕੇ ਆਊਗਾ। ਤਾਂ ਉਹ ਬਰਾਊਜ਼ਰ ਥੋੜੀ ਲੈ ਕੇ ਆਇਆ, ਬਰਾਊਜ਼ਰ ਤਾਂ ਸਾਨੂੰ ਇੱਕ ਰੈਂਡਰ ਕਰਦਾ, ਰੈਂਡਰ ਮਤਲਬ ਪ੍ਰੈਜ਼ੈਂਟ ਕਰਦਾ, ਸਾਡੇ ਇੰਟਰਪ੍ਰੀਟ ਕਰਕੇ ਉਹਦਾ ਮੀਨਿੰਗ ਸਾਡੇ ਸਾਹਮਣੇ ਸ਼ੋਕੇਸ ਕਰਦਾ। ਤਾਂ ਬਰਾਊਜ਼ਰ ਤਾਂ ਸਿਰਫ ਸਾਡੇ ਕੰਪਿਊਟਰ ਤੱਕ ਹੀ ਸੀਮਿਤ ਹੁੰਦਾ। ਤਾਂ ਵੀ ਕੈਨ ਸੇ ਦੈਟ ਵੈਬ ਬਰਾਊਜ਼ਰ ਇਜ਼ ਏ software that is installed on user computer and used to display the search presented by the website, or you have searched on you have used the keyword to type in a web browser। ਉਹ ਸਾਰੇ ਹੀ ਇਨਫੋਰਮੇਸ਼ਨ ਨੂੰ ਪ੍ਰੈਜ਼ੈਂਟ ਕਰਦਾ, ਉਹਨੂੰ ਕੀ ਬੋਲਦੇ ਆ, ਵੈਬ ਬਰਾਊਜ਼ਰ। ਤੇ ਬਰਾਊਜ਼ਰ ਸਾਨੂੰ ਇੱਕ ਕਹਿ ਲਓ ਵੀ ਬੁੱਕ ਮਾਰਕ ਕਰ ਸਕਦੇ ਹਾਂ, ਫੌਂਟ ਵਗੈਰਾ ਚੇਂਜ ਕਰ ਸਕਦੇ ਹਾਂ, ਪੇਜ ਨੂੰ ਕੱਟ ਕਰ ਸਕਦੇ ਹਾਂ, ਸੇਵ ਕਰ ਸਕਦੇ ਹਾਂ, ਬੜੇ ਹੀ ਫੀਚਰ ਪ੍ਰੋਵਾਈਡ ਕਰਦਾ। ਤਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਸਮਝ ਸਕਦੇ ਹਾਂ, ਜੇ ਇਹਨੂੰ ਲੇਮੈਨ ਦੇ ਵਿੱਚ ਸਮਝਣਾ ਹੋਵੇ। ਇੱਕ ਸਾਡੇ ਕੋਲੇ ਹੁੰਦਾ ਮੋਬਾਈਲ ਫੋਨ, ਦੂਸਰਾ ਆਪਣੇ ਕੋਲੇ ਹੁੰਦਾ ਨੈਟਵਰਕ। ਹੁਣ ਇਹ ਦੋਨੇ ਇੱਕ ਦੂਜੇ ਦੇ ਪੂਰਕ ਨੇ, ਕਹਿ ਸਕਦੇ ਹਾਂ। ਪੂਰਕ ਸ਼ਬਦ ਮੈਨੂੰ ਲੱਗਦਾ ਸ਼ਾਇਦ ਮੈਂ ਸਹੀ ਵਰਤ ਰਿਹਾ। ਤਾਂ ਇਹ ਆਪਾਂ ਕਹਿ ਸਕਦੇ ਹਾਂ ਵੀ ਇੱਕ ਦੂਜੇ ਬਿਨਾਂ ਅਧੂਰੇ ਨੇ। ਮੋਬਾਈਲ ਫੋਨ ਨੈਟਵਰਕ ਬਿਨਾਂ ਕਿਸੇ ਕੰਮ ਦਾ ਨਹੀਂ, ਤੇ ਨੈਟਵਰਕ ਹੈਗਾ ਜਿਹੜਾ ਮੋਬਾਈਲ ਫੋਨ ਬਿਨਾਂ ਕਿਸੇ ਕੰਮ ਦਾ ਨਹੀਂ। ਤੁਸੀਂ ਕਹੋਗੇ ਟੈਲੀਫੋਨ ਵਰਤ ਲਾਂਗੇ, ਚਾਹੇ ਵੈਸੇ ਹੀ ਆਪਾਂ ਕੰਪਿਊਟਰ ਤੇ ਨੈਟ ਚਲਾ ਲਾਂਗੇ, ਤਾਂ ਚਲੋ ਉਹ ਗੱਲ ਵੱਖਰੀ ਇਸ਼ੂ ਹੈ। ਪਰ ਮੋਬਾਈਲ ਫੋਨ ਨੈਟਵਰਕ ਬਿਨਾਂ ਕੰਮ ਦਾ ਨਹੀਂ, ਤੇ ਨੈਟਵਰਕ ਮੋਬਾਈਲ ਫੋਨ ਬਿਨਾਂ ਕੰਮ ਦਾ ਨਹੀਂ। ਜਾਂ ਇਹ ਕਹਿ ਲਓ ਮੋਬਾਈਲ ਫੋਨ ਦੇ ਵਿੱਚ ਨੈਟਵਰਕ ਹੋਊਗਾ ਤਾਂ ਹੀ ਕਿਸੇ ਬੰਦੇ ਨੂੰ ਆਪਾਂ ਗੱਲ ਕਰਾਂਗੇ, ਅਦਰਵਾਈਜ਼ ਨਹੀਂ ਗੱਲ ਹੋਣੀ। ਤਾਂ ਹੁਣ ਆਪਾਂ ਇਹ ਕਹਿ ਸਕਦੇ ਹਾਂ ਵੀ ਮੋਬਾਈਲ ਫੋਨ, ਸਾਡਾ ਫੋਨ ਥੋੜੀ ਜਾ ਕੇ ਸਰਚ ਕਰਕੇ ਲੈ ਕੇ ਆਉਂਦਾ ਵੀ ਜਿਹੜੇ ਬੰਦੇ ਦਾ ਨੰਬਰ ਲਾ ਰਹੇ ਅਸੀਂ ਕਿ ਉਹ ਬਿਜ਼ੀ ਚੱਲ ਰਿਹਾ, ਕਿ ਉਹ ਸਵਿਚ ਆਫ ਹੈ, ਕਿ ਉਹ ਨੈਟਵਰਕ ਤੋਂ ਬਾਹਰ ਹੈ ਨਾ। ਉੱਥੇ ਮੋਬਾਈਲ ਫੋਨ ਫੈਸਿਲਿਟੀ ਪ੍ਰੋਵਾਈਡ ਕਰਦਾ ਵੀ ਕਾਲ ਨੂੰ ਅਸੀਂ ਕੀ ਕਰ ਸਕਦੇ ਹਾਂ, ਰਿਕਾਰਡ ਕਰ ਸਕਦੇ ਹਾਂ, ਬਲੌਕ ਕਰ ਸਕਦੇ ਹਾਂ, ਜਾਂ ਅਸੀਂ ਕਾਲ ਨੂੰ ਡਾਇਵਰਟ ਕਰ ਸਕਦੇ ਹਾਂ। ਬਹੁਤ ਸਾਰੇ ਫੀਚਰ ਕੌਣ ਪ੍ਰੋਵਾਈਡ ਕਰਦਾ, ਮੋਬਾਈਲ ਫੋਨ ਪ੍ਰੋਵਾਈਡ ਕਰਦਾ। ਬਟ ਨੈਟਵਰਕ ਕੀ ਕਰਦਾ, ਇਹ ਮੋਬਾਈਲ ਫੋਨ ਦੇ ਵਿੱਚ ਆ ਕੇ ਪੂਰੀ ਦੁਨੀਆ ਦੇ ਵਿੱਚੋਂ ਜਿੱਥੇ ਵੀ ਉਹ ਬੰਦਾ ਐਗਜ਼ਿਸਟ ਕਰਦਾ, ਉੱਥੇ ਜਾ ਕੇ ਉਹਨੂੰ ਲੱਭ ਕੇ ਉਹਦਾ ਸਟੇਟਸ ਲਿਆ ਕੇ ਸਾਨੂੰ ਫੋਨ 'ਚ ਦਿਖਾ ਦਿੰਦਾ। ਤਾਂ ਮੋਬਾਈਲ ਫੋਨ ਦੀ ਤਰ੍ਹਾਂ ਐਕਟ ਕਰਦਾ ਹੈ ਵੈਬ ਬਰਾਊਜ਼ਰ। ਮੈਨੂੰ ਲੱਗਦਾ ਤੁਹਾਨੂੰ ਗੱਲ ਸਮਝ ਆ ਗਈ ਹੋਣੀ ਹੈ। ਨੈਟਵਰਕ ਦੀ ਤਰ੍ਹਾਂ ਐਕਟ ਕਰਦਾ ਸਰਚ ਇੰਜਨ। ਤਾਂ ਸਰਚ ਇੰਜਨ ਇਜ਼ ਏ ਪ੍ਰੋਗਰਾਮ ਔਰ ਕੰਪਲੈਕਸ ਪ੍ਰੋਗਰਾਮ ਜਿਹੜਾ ਸਰਚ ਕਰਕੇ ਪੂਰੀ ਦੁਨੀਆ ਦੇ ਵਿੱਚੋਂ ਜਾਂ ਵਰਲਡ ਵਾਈਡ ਵੈਬ ਦੇ ਵਿੱਚੋਂ ਡਾਟਾ ਕੱਢ ਕੇ ਲਿਆ ਕੇ ਸਾਡੇ ਬਰਾਊਜ਼ਰ 'ਚ ਰੱਖ ਦਿੰਦਾ। ਬਰਾਊਜ਼ਰ ਸਾਡੇ ਕੋਲੇ ਸੁਰਖੀ ਬਿੰਦੀ ਲਾ ਕੇ ਪੇਸ਼ ਕਰ ਦਿੰਦਾ, ਸਾਡੇ ਸਾਹਮਣੇ ਪ੍ਰੈਜ਼ੈਂਟ ਕਰ ਦਿੰਦਾ। ਕਲੀਅਰ ਹੋਈ ਗੱਲ? ਤਾਂ ਹੁਣ ਥੋੜੀ ਜਿਹੀ ਥਿਊਰੀ ਲਿਖੀ ਵੀ ਹੋਈ ਹੈ, ਇਹ ਜਿਹੜੇ ਸਕਰੀਨਸ਼ਾਟ ਲੈ ਸਕਦੇ ਹੋ, ਨਹੀਂ ਤਾਂ PPT ਆਪਾਂ ਸ਼ੇਅਰ ਕਰਾਂਗੇ ਹੈ ਨਾ। ਤਾਂ ਸਰਚ ਇੰਜਨ is a complex program or software that index a search through vast amount of data to find specific information or document based on user defined keyword or queries। user defined keyword ਜਿਵੇਂ ਬਾਈਨਰੀ ਇੰਸਟਰਕਟਰ ਇੱਕ ਕੀਵਰਡ ਹੋ ਗਿਆ, ਜਾਂ ਤੁਸੀਂ ਸਰਚ ਮਾਰਦੇ ਹੋ
ਵੀ ਸਬ ਇੰਸਪੈਕਟਰ ਐਗਜ਼ਾਮ ਐਨਾਲਿਸਿਸ 9 ਜੁਲਾਈ ਹੈ ਨਾ, ਤਾਂ ਇਹ ਕੀਵਰਡ ਯੂਜ਼ਰ ਡਿਫਾਈਨ ਕੀਵਰਡ ਹੋ ਗਿਆ ਜਾਂ ਕੁਐਰੀਜ਼ ਹੋ ਗਈਆਂ, ਇਹਨਾਂ ਦੇ ਬੇਸ ਤੇ ਹੀ ਸਰਚ ਕਰਕੇ ਲੈ ਕੇ ਆਉਂਦਾ ਜਿਹੜਾ ਉਹ ਕੀ ਹੁੰਦਾ ਸਰਚ ਇੰਜਨ ਹੁੰਦਾ। ਠੀਕ ਹੈ, search engine are widely used to search for information on internet or within a specified databases। ਹਰ ਇੱਕ ਸਰਚ ਇੰਜਨ ਦਾ ਆਪਣਾ ਡੇਟਾਬੇਸ ਹੁੰਦਾ ਹੈ। ਜੇ ਆਪਾਂ ਗੂਗਲ ਸਰਚ ਇੰਜਨ ਦੀ ਗੱਲ ਕਰੀਏ ਤਾਂ ਇਹ ਗੂਗਲ ਦਾ ਹੈ। ਫਿਰ ਆ ਗਿਆ ਸਵਾਲ ਵੀ ਗੂਗਲ ਦੀ ਪੇਰੈਂਟ ਕੰਪਨੀ ਤੁਸੀਂ ਦੱਸਣਾ, ਤਾਂ ਮਾਈਕਰੋਸਾਫਟ ਦਾ ਆਪਣਾ ਸਰਚ ਇੰਜਨ ਹੈ, ਬਿੰਗ ਹੈ, ਤੇ ਇੱਕ ਯਾਹੂ ਇੱਕ ਸਰਚ ਇੰਜਨ ਹੈ। ਠੀਕ ਆ, ਯਾਹੂ ਸਰਚ ਇੰਜਨ ਕਿਹਨਾਂ ਦਾ, ਇਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਬੱਚਿਆਂ ਨੂੰ ਲੱਗਦਾ ਵੀ ਕਰਨਾ ਚਾਹੀਦਾ। ਯਾਹੂ ਸਰਚ ਕਿਉਂ ਸਵਾਲ ਪੁੱਛਿਆ ਜਾ ਸਕਦਾ ਹੈ, ਯਾਹੂ ਸਰਚ ਇੰਜਨ ਹੈਗਾ ਕਿਹਨੇ ਬਣਾਇਆ ਤੇ ਕਿਹੜੇ ਸਾਲ ਦੇ ਵਿੱਚ ਬਣਾਇਆ, ਜਰੂਰ ਦੱਸਿਓ। ਠੀਕ ਆ, ਅਗਲਾ ਪੁਆਇੰਟ ਆ when a user enter keyword into a search engine, it quickly scan its index of web pages or document to provide a list of relevant results। ਇਹ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ ਵੀ ਸਰਚ ਇੰਜਨ ਵੈਬ ਬਰਾਊਜ਼ਰ ਗਲਤ ਬੋਲ ਗਿਆ, ਸਰਚ ਇੰਜਨ ਦੇ ਵਿੱਚ ਵੈਬ ਕ੍ਰੋਲਰ ਹੁੰਦਾ ਹੈ ਤੇ ਉਹਦਾ ਕਹਿ ਲਓ ਵੀ ਇੰਡੈਕਸਿੰਗ ਐਲਗੋਰਿਥਮ ਹੁੰਦੇ ਨੇ, ਬੜਾ ਕੁਝ ਹੁੰਦਾ ਹੈ। ਕੰਪੋਨੈਂਟਸ ਆਫ ਸਰਚ ਇੰਜਨ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ ਹਨਾ। The search engine utilize various algorithm and ranking factor to determine the most relevant and useful result based on keywords and other factor like popularity, relevance and user behavior। ਜਿਹੜੀ ਚੀਜ਼ ਦੀ ਪਪੂਲੈਰਿਟੀ ਹੈ, ਜਿਹੜਾ ਕੀਵਰਡ ਜ਼ਿਆਦਾ ਮਤਲਬ ਕਿ ਰੈਂਕ ਹੋਇਆ ਹੋਇਆ, ਉਹਦੇ ਬੇਸ ਤੇ ਉਹ ਸਰਚ ਰਿਜ਼ਲਟ ਸਾਨੂੰ ਪ੍ਰਿੰਟ ਕਰ ਦਿੰਦਾ। Search engine like Google, Bing, Yahoo are example of widely used search engine like index billion of web pages and provide search results based on user query। ਤਾਂ ਇਹ ਜ਼ਿਆਦਾ ਪਪੂਲਰ ਜਿਹੜੇ ਹੈਗੇ ਨੇ, ਵੈਸੇ ਤਾਂ ਸਭ ਤੋਂ ਜ਼ਿਆਦਾ ਪਪੂਲਰ ਗੂਗਲ ਹੈ, ਪਰ ਅੱਜ ਕੱਲ ਬਿੰਗ ਤੇ ਯਾਹੂ ਕਿਸੇ ਸਮੇਂ 'ਚ ਹੁੰਦਾ ਸੀ, ਯਾਹੂ ਦੀ ਘੱਟ ਪਪੂਲੈਰਿਟੀ ਹੈ ਤੇ ਬਿੰਗ ਹਜੇ ਵੀ ਚੱਲ ਰਿਹਾ ਕਿਉਂਕਿ ਮਾਈਕਰੋਸਾਫਟ ਹੈਗਾ ਜਿਹੜਾ ਬਾਈ ਡਿਫਾਲਟ ਬਿੰਗ ਇਨੇਬਲ ਕਰ ਦਿੰਦਾ ਹੈ ਨਾ। ਤਾਂ ਵੈਬ ਬਰਾਊਜ਼ਰ ਦੀ ਗੱਲ ਕਰੀਏ, ਵੈਬ ਬਰਾਊਜ਼ਰ ਇਹ ਸੌਫਟਵੇਅਰ ਵੈਸੇ ਤਾਂ ਮੈਂ ਦੱਸੀ ਤਾਂ, ਪਰ ਟੈਕਨੀਕਲ ਟਰਮ ਦੇ ਲਈ ਲੈਂਗੁਏਜ ਅਗਰ ਤੁਹਾਨੂੰ ਸ਼ਬਦ ਚਾਹੀਦੇ ਨੇ ਤਾਂ ਉਹਦੇ ਲਈ ਆਪਾਂ ਇਹ ਚੀਜ਼ਾਂ ਪਾ ਦਿੰਦੇ ਹਾਂ ਹਨਾ। ਵੈਬ ਬਰਾਊਜ਼ਰ is a software used to access and view website on internet, while web browser often include a search bar। ਉਹਦੇ ਚ ਕਹਿੰਦਾ ਸਰਚ ਬਾਰ ਹੁੰਦੀ ਹੈ। Their primary function to render and display web page rather than perform complex search across document। ਕਹਿੰਦਾ ਇਹਦਾ ਪ੍ਰਾਇਮਰੀ ਫੰਕਸ਼ਨ ਹੈ ਜਿਹੜਾ, ਕਹਿੰਦਾ ਰੈਂਡਰ ਕਰਨਾ। ਰੈਂਡਰ ਦਾ ਮਤਲਬ ਹੁੰਦਾ ਵੀ ਇੰਟਰਪ੍ਰੀਟ ਕਰਨਾ ਤੇ ਡਿਸਪਲੇ ਕਰਨਾ ਕੰਟੈਂਟ ਵੈਬ ਪੇਜ ਤੇ, ਉਸ ਜਿਹੜੀਆਂ ਕੁਐਰੀਜ਼ ਦੇ ਨੇ ਉਹਨੂੰ ਇੰਟਰਪ੍ਰੀਟ ਕਰਕੇ ਅੱਗੇ ਭੇਜ ਦੇਣਾ ਤੇ ਉਸ ਨੂੰ ਬਾਅਦ ਦੇ ਵਿੱਚ ਡਿਸਪਲੇ ਕਰਾ ਦੇਣਾ। ਤਾਂ ਮੇਨ ਬਰਾਊਜ਼ਰ ਦਾ ਕੰਮ ਕੀ ਹੈ, that render the functions to render and display the web page rather than perform the complex search across the documents। ਕਹਿੰਦਾ ਡਾਕੂਮੈਂਟਸ ਤੇ ਕੰਪਲੈਕਸ ਸਰਚ ਦਾ ਕੰਮ ਸਰਚ ਇੰਜਨ ਹੈ, ਇਹਨੇ ਤਾਂ ਸਿਰਫ ਕੀ ਕਰਨਾ, ਪ੍ਰੈਜੈਂਟੇਸ਼ਨ ਹੈ ਤਾਂ ਪੇਸ਼ਕਾਰੀ ਆ, ਪ੍ਰਾਹੁਣਾਚਾਰੀ ਕਹਿ ਲਓ ਵੀ ਇਹ ਕਰਦਾ। ਮੰਜੇ ਬਿਸਤਰੇ ਵਿਛਾ ਕੇ ਜਿਵੇਂ ਆਪਾਂ ਕਹਿ ਲਓ ਵੀ ਚਾਦਰਾਂ ਵਿਛਾਉਣੇ, ਸਰਾਣੇ ਧਰਦੇ ਆ, ਉਹ ਕੰਮ ਹੈ ਇਹਦਾ ਘਰੇ ਬੈਠਿਆਂ। ਕਲੀਅਰ ਹੋਈ ਗੱਲ। ਸੋ ਆਨਸਰ ਫਿਰ ਇਹਦਾ ਕੀ ਸੀਗਾ, ਸਰਚ ਇੰਜਨ। ਸੋ ਇਹ ਸੀਗੇ 16 ਸਵਾਲ ਆਪਾਂ ਨੂੰ ਬੱਚੇ ਨੇ ਭੇਜੇ ਸੀਗੇ, ਬੱਚਿਆਂ ਨੇ ਕਾਫੀ ਆਪਾਂ ਨੂੰ ਮਿਲੇ ਨੇ ਹਨਾ। ਇੱਕ ਦੋ ਸਵਾਲ ਹੋਰ ਵੀ ਸੀ, ਉਹ ਉਹਨਾਂ ਦੀ ਪੂਰੀ ਕਲੈਰਿਟੀ ਨਹੀਂ ਹੋ ਪਾਈ। ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹਨਾਂ ਦਾ ਹੋਰ ਜ਼ਿਆਦਾ ਇਨਸਾਈਟ ਮਿਲਦਾ। ਤੁਸੀਂ ਵੀ ਪੇਪਰ ਦੇ ਕੇ ਆਏ ਹੋ, ਜੇ 9 ਜੁਲਾਈ ਵਾਲੇ ਬੱਚੇ ਦੇਖ ਰਹੇ ਹੋ ਤਾਂ ਜੇਕਰ ਤੁਹਾਨੂੰ ਲੱਗਦਾ ਹੈ ਵੀ ਕੋਈ ਆਪਾਂ ਇਹਨਾਂ ਚੋਂ ਸਵਾਲ ਲੱਗਦਾ ਵੀ ਥੋੜਾ ਬਹੁਤ ਉੱਪਰ ਨੀਚੇ ਹੋ ਗਿਆ, ਕਮੈਂਟ ਕਰਕੇ ਜਰੂਰ ਦੱਸਿਓ। WhatsApp ਕਰ ਸਕਦੇ ਹੋ 9465390346। ਤੇ ਇਸ ਤੋਂ ਬਿਨਾਂ ਜੇਕਰ ਤੁਹਾਡਾ ਪੇਪਰ ਹੈਗਾ 29-30 ਵਾਲੀ ਸ਼ਿਫਟ ਦੇ ਵਿੱਚ ਹੈ ਤਾਂ ਤੁਸੀਂ ਸਾਡੀ ਆਨਲਾਈਨ ਟੈਸਟ ਸੀਰੀਜ਼ ਲੈ ਸਕਦੇ ਹੋ। ਉਹ ਵੀ ਇਸੇ ਨੰਬਰ ਤੇ ਜਾ ਕੇ ਤੁਸੀਂ ਮੈਸੇਜ ਕਰੋ 9465390346। ਤਾਂ ਇਹਦੇ ਵਿੱਚ ਤੁਹਾਨੂੰ ਫੁੱਲ ਲੈਂਥ ਟੈਸਟ ਮਿਲਣਗੇ ਜਿਹੜੇ ਤੁਹਾਨੂੰ ਹੈਲਪ ਕਰਨਗੇ ਐਗਜ਼ਾਮ ਮੋਡ ਦੇ ਵਿੱਚ ਸਵਿਚ ਕਰਨ ਦੇ ਲਈ। 2 ਘੰਟੇ ਦਾ ਐਗਜ਼ਾਮ ਹੁੰਦਾ, ਉਹ ਤੁਹਾਡਾ ਬ੍ਰੇਨ ਪੂਰਾ ਟ੍ਰੇਨ ਹੋ ਜਾਊਗਾ ਵੀ ਨੈਗੇਟਿਵ ਮਾਰਕਿੰਗ ਨੂੰ ਅਸੀਂ ਕਿਵੇਂ ਹੈਂਡਲ ਕਰਨਾ। ਵੈਸੇ ਵੀ 2020-21 ਦੇ ਕਰੰਟ ਅਫੇਅਰ ਆ ਰਹੇ ਨੇ, ਮੈਥ ਕੁਆਂਟ ਕਹਿ ਲਓ ਚਾਹੇ ਰੀਜ਼ਨਿੰਗ ਕਹਿ ਲਓ, ਉਸੇ ਪੈਟਰਨ ਬੇਸਡ ਹੀ ਸਵਾਲ ਪੁੱਛੇ ਜਾ ਰਹੇ ਨੇ। ਤਾਂ ਬਹੁਤ ਜ਼ਿਆਦਾ ਤੁਹਾਨੂੰ ਕੌਨਫੀਡੈਂਸ ਬੂਸਟ ਅਪ ਮਿਲੂਗਾ। ਤਾਂ ਸਿਰਫ 249 ਰੁਪਏ ਦੇ ਵਿੱਚ ਅਸੀਂ ਇਹ ਟੈਸਟ ਸੀਰੀਜ਼ ਦੇ ਰਹੇ ਹਾਂ, ਪਲੱਸ ਪੇਪਰ ਏ ਹੈ ਜਿਹੜਾ ਉਹ ਅਸੀਂ ਬਿਲਕੁਲ ਫ੍ਰੀ ਦੇ ਰਹੇ ਹਾਂ, ਉਹਦੇ ਆਪਾਂ ਕੋਈ ਚਾਰਜਸ ਨਹੀਂ ਲੈ ਰਹੇ। ਤਾਂ ਅਗਰ ਤੁਸੀਂ ਇਹ ਚਾਹੁੰਦੇ ਹੋ ਵੀ ਟੈਸਟ ਸੀਰੀਜ਼ ਤੁਸੀਂ ਲੈਣੀ ਹੈ ਤਾਂ 9465390346 ਇਸ ਨੰਬਰ ਤੇ ਤੁਸੀਂ WhatsApp ਕਰਕੇ ਸਿਰਫ 10-15 ਮਿੰਟ ਦੇ ਵਿੱਚ ਟੈਸਟ ਸੀਰੀਜ਼ ਦੇ ਵਿੱਚ ਐਨਰੋਲ ਕਰ ਸਕਦੇ ਹੋ। ਇਹਦੇ ਵਿੱਚ 26 ਫੁੱਲ ਲੈਂਥ ਟੈਸਟ ਮਿਲ ਜਾਣਗੇ,
ਡੇਲੀ ਦੇ 2 ਵੀ ਕਰੋਗੇ ਤਾਂ 10-12 ਦਿਨ ਤੁਹਾਡੇ ਕੋਲ ਹੈਗੇ ਨੇ। 10-12 ਦਿਨਾਂ ਦੇ ਵਿੱਚ ਬੜੇ ਆਰਾਮ ਦੇ ਨਾਲ ਆਪਾਂ ਇਹ ਸਾਰੇ ਟੈਸਟ ਕਵਰ ਕਰ ਸਕਦੇ ਹਾਂ। ਪਲੱਸ ਤੁਸੀਂ ਇੱਕ ਅਪਰੋਚ ਤੁਹਾਡੇ ਕੋਲੇ ਡਿਵੈਲਪ ਹੋ ਜੂਗੀ ਨੈਗੇਟਿਵ ਮਾਰਕਿੰਗ ਦੇ ਨਾਲ। ਬਹੁਤ ਸਾਰੇ ਬੰਦੇ ਆਨਲਾਈਨ ਵੀ ਦੱਸਦੇ ਨੇ ਵੀ ਨੈਗੇਟਿਵ ਮਾਰਕਿੰਗ ਨੂੰ ਆਪਾਂ ਕਿਵੇਂ ਹੈਂਡਲ ਕਰੀਏ, ਪਰ ਮੈਨੂੰ ਇਹ ਲੱਗਦਾ ਵੀ ਨੈਗੇਟਿਵ ਮਾਰਕਿੰਗ ਦੇ ਲਈ ਹਰ ਬੰਦੇ ਦਾ ਤਰੀਕਾ ਇੱਕ ਵੱਖਰਾ ਹੁੰਦਾ ਹੈ। ਉਹ ਤੁਸੀਂ ਡੀਲ ਕਰਨਾ ਹੈ, ਤੁਸੀਂ ਪ੍ਰੈਕਟਿਸ ਹੀ ਤੁਹਾਨੂੰ ਵਧੀਆ ਬਣਾਊਗੀ। ਤੁਸੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਪੇਪਰ ਦੇ ਕੇ ਆਏ ਹੋਵੋਗੇ, ਪਰ ਇੱਕ ਪ੍ਰੈਕਟਿਸ ਦੇ ਨਾਲ ਜਾਓਗੇ, ਵੱਖਰਾ ਐਕਸਪੀਰੀਅੰਸ ਹੋਊਗਾ। ਤੁਸੀਂ ਖੁਦ ਆ ਕੇ ਕਹੋਗੇ ਵੀ ਸਾਨੂੰ ਇਸ ਚੀਜ਼ ਨਾਲ ਬੈਨੀਫਿਟ ਹੋਇਆ। ਠੀਕ ਹੈ, ਸੋ ਇਹ ਸੀਗੇ 9 ਜੁਲਾਈ ਦੇ ਕੁਐਸਚਨ ਆਪਾਂ ਦੇਖੇ ਨੇ। ਸੋ ਜਿਹੜੇ ਬੱਚਿਆਂ ਦਾ 14-15 ਨੂੰ ਅਜੇ ਸ਼ੋਰ ਨਹੀਂ ਹੈਗਾ ਵੀ ਪੇਪਰ ਹੋਣਾ ਕਿ ਨਹੀਂ ਹੈਗਾ, ਹਨਾ, ਸੋ ਮੈਨੂੰ ਲੱਗਦਾ ਵੀ ਉਸ ਤੋਂ ਪਹਿਲਾਂ ਇਹ ਚੀਜ਼ਾਂ ਕਲੀਅਰ ਹੋ ਜਾਣਗੀਆਂ। ਤੇ ਜੇਕਰ ਤੁਹਾਡਾ ਪੇਪਰ 14-15 ਨੂੰ ਹੁੰਦਾ ਹੈ ਜਾਂ 29, 30, 31 ਵਾਲੇ ਤੁਸੀਂ ਹੈਗੇ ਹੋ, ਤਾਂ ਤੁਸੀਂ ਸਾਨੂੰ ਸਵਾਲ ਭੇਜ ਸਕਦੇ ਹੋ। ਇਸੇ ਨੰਬਰ ਤੇ ਭੇਜਿਓ। ਤਾਂ ਤੁਸੀਂ ਟੈਲੀਗ੍ਰਾਮ ਤੇ ਜੁੜੇ ਹੋ ਤਾਂ ਟੈਲੀਗ੍ਰਾਮ ਤੇ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਤੇ ਬਹੁਤ ਸਾਰਾ ਕੰਟੈਂਟ ਹੈ ਜਿਹੜਾ ਆਪਣਾ YouTube ਤੇ ਅਵੇਲੇਬਲ ਹੈ, ਤਾਂ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਅਗਰ ਤੁਸੀਂ ਨਵੇਂ ਜੁੜੇ ਹੋ ਤਾਂ। ਜੇ ਪਹਿਲੀ ਵਾਰੀ ਦੇਖ ਰਹੇ ਹੋ, ਪਹਿਲੀ ਵੀਡੀਓ ਦੇਖ ਰਹੇ ਹੋ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਸ਼ੇਅਰ ਕਰੋ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।